ਵੈਲਨੈਸ ਵਾਈਬਸ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਫਿਰ ਤੋਂ ਨਿੱਘਾ ਸਵਾਗਤ। ਵੈਲਨੈਸ ਵਾਈਬਸ ਦੇ ਇਸ ਐਪੀਸੋਡ ਵਿੱਚ ਅਸੀਂ ਬਹੁਤ ਹੀ ਇੰਟਰਸਟਿੰਗ ਫਿਰ ਤੋਂ ਗੱਲਬਾਤ ਦਾ ਇੱਕ ਵਿਸ਼ਾ ਲੈ ਕੇ ਆਏ ਹਾਂ। There are lots of ways with which we can heal and maintain our wellness in this lifetime. ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਬੈਟਰ ਕਰ ਸਕਦੇ ਹਾਂ। ਕਈ ਹੁੰਦੀ ਹੈ ਹੀਲਿੰਗ ਮੋਡੈਲਿਟੀਜ਼ ਜਦੋਂ ਅਸੀਂ ਕਿਤੇ ਸਟਕ ਹੋ ਜਾਈਏ ਨਾ ਕਿ ਸਟ੍ਰੈਸਫੁਲ ਕੰਡੀਸ਼ਨਸ ਦੇ ਵਿੱਚ ਜਾਂ ਸਟ੍ਰੈਸਫੁਲ ਸਿਚੁਏਸ਼ਨਸ ਦੇ ਵਿੱਚ ਜਦੋਂ ਅਸੀਂ ਸਟਕ ਅਪ ਹੋ ਜਾਂਦੇ ਹਾਂ ਫਿਰ ਅਸੀਂ ਹਮੇਸ਼ਾ ਸੋਚਦੇ ਹਾਂ ਕੋਈ ਸਾਨੂੰ ਇੱਦਾਂ ਗਾਈਡ ਕਰਨ ਵਾਲਾ ਮਿਲ ਜਾਏ ਜਿਹਦੇ ਨਾਲ ਅਸੀਂ ਥੋੜ੍ਹੀ ਜਿਹੀ ਇਸ ਜਿਹੜੇ ਚੱਕਰ ਵਿੱਚ ਅਸੀਂ ਫਸੇ ਹੋਏ ਹਾਂ ਉਹਦੇ 'ਚੋਂ ਅਸੀਂ ਬਾਹਰ ਜਾ ਸਕੀਏ। ਸੋ ਹੀਲਿੰਗ ਮੋਡੈਲਿਟੀਜ਼ ਇੱਕ ਤਰਫ ਹੁੰਦੀ ਹੈ ਗਾਈਡੈਂਸ। ਐਸਟ੍ਰੋਲੋਜੀ ਦੀ ਇਸ ਸੀਰੀਜ਼ ਦੇ ਵਿੱਚ ਐਸਟ੍ਰੋਲੋਜੀ ਵਿਦ ਸੰਜੀਵ ਕਟੋਚ ਦੀ ਇਸ ਸੀਰੀਜ਼ ਦੇ ਵਿੱਚ ਅਸੀਂ ਬਹੁਤ ਸਾਰੇ ਤੁਹਾਡੇ ਵਾਸਤੇ ਡਿਫਰੈਂਟ ਟੌਪਿਕਸ ਲੈ ਕੇ ਆਉਂਦੇ ਹਾਂ ਅਤੇ ਅੱਜ ਦਾ ਜਿਹੜਾ ਟੌਪਿਕ ਹੈ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ। ਸਭ ਤੋਂ ਪਹਿਲੇ ਲੈਟਸ ਵੈਲਕਮ ਸੰਜੀਵ ਕਟੋਚ ਜੀ। ਸੰਜੀਵ ਕਟੋਚ ਜੀ ਇਜ਼ ਅ ਵੈਰੀ ਰਿਨਾਊਂਡ ਐਸਟ੍ਰੋਲੋਜਰ ਅਤੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਗਾਈਡ ਕੀਤਾ, ਬਹੁਤ ਸਾਰੇ ਲੋਕਾਂ ਨੂੰ ਹੈਲਪ ਕੀਤੀ ਅਤੇ ਇਹਨਾਂ ਦੀ ਜਿਹੜੀ ਅਪਰੋਚ ਟੂਵਰਡਸ ਐਸਟ੍ਰੋਲੋਜੀ ਹੈ ਥੋੜ੍ਹੀ ਹਟ ਕੇ ਹੈਗੀ ਹੈ। ਇਹ ਜ਼ਿਆਦਾ ਤੁਹਾਨੂੰ ਭੰਬਲ ਭੂਸਿਆਂ 'ਚ ਨਹੀਂ ਪਾਉਂਦੇ, ਜ਼ਿਆਦਾ ਤੁਹਾਨੂੰ ਵਹਿਮਾਂ ਭਰਮਾਂ 'ਚ ਨਹੀਂ ਪਾਉਂਦੇ। ਸੋ ਇਟਸ ਵੈਰੀ ਸਟ੍ਰੇਟ ਫਾਰਵਰਡ ਐਂਡ ਦੈਟਸ ਵਾਈ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਇਸ ਟੌਪਿਕ ਦੇ ਉੱਪਰ ਹੋਰ ਥੋੜ੍ਹੀ ਜਿਹੀ ਗੱਲਬਾਤ ਕਰੀਏ। ਸੋ ਵੀ ਆਰ ਬੈਕ ਵਿਦ ਸੰਜੀਵ ਕਟੋਚ ਜੀ। ਲੈਟਸ ਵੈਲਕਮ ਹਿਮ। ਵੈਲਕਮ। ਥੈਂਕ ਯੂ ਜੀ, ਥੈਂਕਸ ਫॉर ਹੈਵਿੰਗ ਮੀ ਹੇਅਰ ਸ਼ੈਲੀ ਜੀ। ਐਂਡ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਐਂਡ ਆਈ ਵਿਸ਼ ਆਲ ਆਫ ਯੂ ਹੈਲਥ, ਵੈਲਥ ਐਂਡ ਹੈਪੀਨੈਸ। ਆਸਮ। ਸੰਜੀਵ ਜੀ, ਅਸੀਂ ਲਾਸਟ ਟਾਈਮ ਗੱਲਬਾਤ ਕੀਤੀ ਸੀ ਰਾਹੂ ਕੇਤੂ ਦੇ ਉੱਪਰ ਅਤੇ ਹੁਣ ਮੈਂ ਇਹ ਸੋਚ ਰਹੀ ਜਿਸ ਤਰ੍ਹਾਂ ਸਾਡੇ 9 ਗ੍ਰਹਿ ਨੇ। ਸਭ ਤੋਂ ਪਹਿਲੇ ਤਾਂ ਐਸਟ੍ਰੋਲੋਜੀ ਇਜ਼ ਅ ਟੂਲ, ਇਟਸ ਅ ਵੈਰੀ ਗੁੱਡ ਟੂਲ। ਜੇ ਅਸੀਂ ਇਹਨੂੰ ਠੀਕ ਤਰੀਕੇ ਨਾਲ ਯੂਜ਼ ਕਰੀਏ ਅਤੇ ਆਈ ਥਿੰਕ ਐਂਡ ਪ੍ਰੋਪਰ ਗਾਈਡ ਹੋਏ ਸਾਨੂੰ ਗਾਈਡ ਕਰਨ ਵਾਸਤੇ ਅਤੇ ਦੇਰ ਇਜ਼ ਨਥਿੰਗ ਲਾਈਕ ਦਿਸ। ਬਹੁਤ ਪੁਰਾਣੇ ਜ਼ਮਾਨਿਆਂ ਤੋਂ ਕਦੋਂ ਤੋਂ ਐਸਟ੍ਰੋਲੋਜੀ ਨੂੰ ਅਸੀਂ ਇਜ਼ ਅ ਗਾਈਡਿੰਗ ਟੂਲ ਯੂਜ਼ ਕੀਤਾ। ਸੋ ਵੀ ਹੈਵ ਅਨਦਰ ਓਪਰਚੁਨਿਟੀ ਓਵਰ ਹੀਅਰ ਐਜ਼ ਵੈਲ। ਸੋ 9 ਗ੍ਰਹਿ ਨੇ ਹੈ ਨਾ, 9 ਗ੍ਰਹਿਆਂ ਦੇ ਵਿੱਚੋਂ ਇੱਕ ਸ਼ਨੀ ਗ੍ਰਹਿ ਹਾਂਜੀ, ਜਿਹਨੂੰ ਦੇਖ ਕੇ ਸੁਣ ਕੇ ਸ਼ਨੀ ਦਾ ਨਾਂ ਸੁਣ ਕੇ ਲੋਕੀ ਡਰ ਜਾਂਦੇ ਆ ਕਿ ਵੀ ਆਈ ਡੋਨਟ ਨੋ ਸ਼ਨੀ ਕੀ ਹੈ, ਸ਼ਨੀ ਸਾਨੂੰ ਕੀ ਕਰ ਦੇਗਾ, ਕਿਉਂਕਿ ਡਰਾਇਆ ਵੀ ਗਿਆ ਬਹੁਤ ਸਾਰਾ ਅਤੇ ਸਾਡੇ ਅੰਦਰ ਇੱਕ ਬਲੀਫ ਸਿਸਟਮ ਹੀ ਬਣ ਗਿਆ ਕਿ ਵੀ ਸ਼ਨੀ ਸਾਡਾ ਕੁਛ ਨਾ ਕੁਛ ਵਿਗਾੜੇਗਾ। ਬਟ ਮੈਨੂੰ ਇਹ ਲੱਗਦਾ ਹਕੀਕਤ ਵਿੱਚ ਸ਼ਨੀ ਦੇਵ ਜਾਂ ਸ਼ਨੀ ਗ੍ਰਹਿ ਜਿਹੜਾ ਸੈਟਰਨ ਪਲੈਨਟ ਹੈਗਾ ਇਹ ਸਾਨੂੰ ਸਾਡੇ ਕਰਮਾਂ ਦਾ ਫਲ ਦਿੰਦਾ। ਹਾਂਜੀ ਹਾਂਜੀ। ਤੋ ਮੈਨੂੰ ਦੱਸੋ ਸ਼ਨੀ ਦੇ ਬਾਰੇ ਮੈਨੂੰ ਐਕਸਪਲੇਨ ਕਰੋ। ਬਿਲਕੁਲ ਠੀਕ ਕਿਹਾ ਜੀ ਤੁਸੀਂ। ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਸ਼ਨੀ ਜਿਹੜਾ ਹੈਗਾ, ਸ਼ਨੀ ਗ੍ਰਹਿ ਇਹ ਤੁਹਾਡੇ ਸ਼ਤਰੂ ਨਹੀਂ ਹੈ, ਇਹ ਤੁਹਾਡੇ ਮਿੱਤਰ ਹੈ। ਹਾਂ, ਸ਼ਨੀ ਆਪਣੇ ਆਪ ਦੇ ਵਿੱਚ ਤੁਹਾਨੂੰ ਤੁਹਾਡੇ ਉਹੀ ਰਿਜ਼ਲਟ ਦਿੰਦੇ ਤੁਹਾਡੇ ਕਰਮਾਂ ਦੇ ਹਿਸਾਬ ਨਾਲ। ਜੇ ਤੁਹਾਡੇ ਕਰਮ ਚੰਗੇ ਹੈ ਤੇ ਜੇ ਸ਼ਨੀ ਦੀ ਦ੍ਰਿਸ਼ਟੀ ਹੈ ਤੇ ਕੋਈ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ। ਵਾਓ। ਤੇ ਜੇ ਤੁਸੀਂ ਜਿੰਨੇ ਮਰਜ਼ੀ ਚੰਗੇ ਗ੍ਰਹਿ ਹੈਗੇ ਜੇ ਤੁਹਾਡੇ ਕਰਮ ਚੰਗੇ ਨਹੀਂ ਹੈਗੇ, ਤੁਸੀਂ ਲੋਕਾਂ ਦੇ ਨਾਲ ਇਨਸਾਫ ਨਹੀਂ ਕਰਦੇ, ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਧੋਖਾਧੜੀ, ਝੂਠ, ਠੱਗੀ ਇਹ ਤੁਹਾਡੀ ਫਿਤਰਤ ਹੈਗੀ ਹੈ। ਤੇ ਜਿੰਨੇ ਮਰਜ਼ੀ ਗ੍ਰਹਿ ਤੁਹਾਨੂੰ ਬਚਾਉਣ ਵਾਲੇ ਹੋਣਗੇ ਨਾ, ਸ਼ਨੀ ਦੀ ਦ੍ਰਿਸ਼ਟੀ ਤੋਂ ਤੁਹਾਨੂੰ ਕੋਈ ਬਚਾ ਨਹੀਂ ਸਕਦਾ। ਕਹਿੰਦੇ ਤੌਲੀਏ ਸਾਨੂੰ ਨਿਚੋੜ ਦਿੰਦਾ, ਤੌਲੀਏ ਵਾਂਗੂ ਨਿਚੋੜ ਦਿੰਦਾ। ਔਰ ਸ਼ਨੀ ਦੇ ਬਾਰੇ ਤੇ ਸ਼ਾਸਤਰਾਂ 'ਚ ਇਹ ਵੀ ਲਿਖਿਆ ਗਿਆ ਕਿ ਜਦੋਂ ਭਗਵਾਨ ਸ਼ੰਕਰ ਦੇ ਉੱਤੇ ਸ਼ਨੀ ਦੀ ਸਾੜ ਸਤੀ ਆਈ ਸੀਗੀ, ਉਹਨਾਂ ਨੇ ਆਪਣੇ ਕਰਮਾਂ ਦਾ ਲੇਖਾ ਜੋਖਾ ਦੇਣਾ ਸੀਗਾ ਤੇ ਉਹ ਵੀ ਲੁੱਕ ਕੇ ਬਹਿ ਗਏ ਸੀਗੇ ਕਿ 7.5 ਸਾਲ ਜਿਹੜੇ ਸ਼ਨੀ ਦੀ ਸਾੜ ਸਤੀ ਤੇ ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕੇ। ਲੇਕਿਨ ਇੱਕ ਗੱਲ ਹੈ ਕਿ ਜੇ ਤੁਹਾਡੇ ਕਰਮ ਚੰਗੇ ਹੈਗੇ ਨੇ, ਮਾਂ ਪਿਓ ਦੀ ਤੁਸੀਂ ਸੇਵਾ ਕਰਦੇ ਹੋ, ਹੱਕ ਹਲਾਲ ਦੀ ਕਮਾਈ ਖਾਂਦੇ ਹੋ, ਧੋਖਾਧੜੀ ਨਹੀਂ ਕਰਦੇ, ਤੁਹਾਡੇ ਸ਼ਿਸ਼ਟਾਚਾਰ ਠੀਕ ਹੈਗਾ ਤੇ ਸ਼ਨੀ ਤੁਹਾਡੇ ਸਿਰਫ ਤੇ ਸਿਰਫ ਮਿੱਤਰ ਹੈ। ਤੁਹਾਡੇ ਚੰਗੇ ਕਰਮਾਂ ਦੇ ਹਿਸਾਬ ਨਾਲ ਤੁਹਾਨੂੰ ਚੰਗਾ ਫਲ ਦਿੰਦੇ ਹੈ ਤੇ ਤੁਹਾਡੇ ਮਾੜੇ ਕਰਮਾਂ ਦੇ ਹਿਸਾਬ ਨਾਲ ਉਹਦਾ ਵੀ ਲੇਖਾ ਜੋਖਾ ਪੂਰਾ ਲੈਂਦੇ। ਤੇ ਇਹ ਵੀ ਕਹਿੰਦੇ ਕਿ ਜਦੋਂ ਅਗਰ ਤੁਸੀਂ ਕਰਮ ਠੀਕ ਕੀਤੇ ਹੋਣ ਤੇ ਤੁਹਾਡੀ ਸੋਚ ਸਹੀ ਹੋਏ, ਮਾਂ ਪਿਓ ਦੀ ਸੇਵਾ ਕੀਤੀ ਹੋਏ ਤੇ ਰੰਗ ਤੋਂ ਤੁਹਾਨੂੰ ਰਾਜਾ ਵੀ ਬਣਾ ਦਿੰਦਾ ਇਸ ਟਾਈਮ ਤੇ। ਬਿਲਕੁਲ ਸਹੀ ਗੱਲ, ਰਾਈਟ। ਅੱਛਾ, ਹੁਣ ਜਿਸ ਤਰ੍ਹਾਂ ਇਹ ਅੱਜ ਕੱਲ੍ਹ ਦਾ ਟਾਈਮ ਚੱਲ ਰਿਹਾ, ਬਹੁਤ ਹੀ ਕਨਫਿਊਜ਼ਨ ਵਾਲਾ ਟਾਈਮ ਚੱਲ ਰਿਹਾ ਤੇ ਪਹਿਲੇ ਬਹੁਤ ਸਾਰਾ ਹਲਚਲ ਸੀਗਾ ਕਿ 11 ਮਈ ਆਫ 2020 ਤੋਂ ਕਿ ਵੀ ਸ਼ਨੀ ਦੀ ਦ੍ਰਿਸ਼ਟੀ ਥੋੜ੍ਹੀ ਜਿਹੀ ਡਿਫਰੈਂਟ ਹੈਗੀ। ਹੁਣ 29 ਸੈਪਟੈਂਬਰ ਤੋਂ 29 ਸੈਪਟੈਂਬਰ ਕਹਿੰਦੇ ਸਵੇਰ ਤੋਂ ਮੰਗਲਵਾਰ ਵਾਲੇ ਦਿਨ ਤੋਂ ਸ਼ਨੀ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਜਾਂ ਸ਼ਨੀ ਇਜ਼ ਡਾਇਰੈਕਟ ਮਾਰਗੀ ਹੋ ਗਿਆ। ਮੈਨੂੰ ਵੀ
ਹੁਣੇ ਸਮਝ ਆਈ ਹੈ ਮਾਰਗੀ ਕੀ ਹੁੰਦਾ, ਡਾਇਰੈਕਟ ਹੋ ਗਿਆ, ਤੇ ਉਹਦਾ ਕੀ ਮਤਲਬ ਹੈ, ਇਹ ਥੋੜਾ ਸਮਝਾਓ। ਦੇਖੋ ਸ਼ਨੀ ਦੀ ਚਾਲ ਹੁੰਦੀ ਹੈ, ਸ਼ਨੀ ਜਿੱਦਾਂ ਹੁਣ ਮਕਰ ਰਾਸ਼ੀ ਦੇ ਵਿੱਚ ਤੇ ਜਨਵਰੀ ਤੋਂ ਹੀ ਵਿਚਰ ਰਹੇ ਹੈਗੇ ਨੇ, ਤੇ ਉਸ ਤੋਂ ਬਾਅਦ ਇਹ ਉਸ ਪਿਛਲੇ 4.5 ਮਹੀਨਿਆਂ ਤੋਂ ਇਹ ਵਕਰੀ ਹੋ ਗਏ ਸੀ, ਜਿਹਨੂੰ ਰੈਟਰੋਗ੍ਰੇਡ ਕਹਿੰਦੇ ਆ। ਅੱਛਾ, ਉਲਟਾ। ਤੇ ਹੁਣ ਜਿਹੜਾ 29 ਸਤੰਬਰ ਨੂੰ ਜਿਹੜਾ ਸ਼ਨੀ ਹੈ ਉਹਨਾਂ ਨੇ ਆਪਣੀ ਚਾਲ ਬਦਲੀ ਹੈ ਤੇ ਉਹ ਮਾਰਗੀ ਹੋ ਗਏ, ਜਿਹਨੂੰ ਆਪਾਂ ਡਾਇਰੈਕਟ ਚਾਲ ਕਹਿੰਦੇ ਆ। ਜਦੋਂ ਡਾਇਰੈਕਟ ਚਾਲ ਸ਼ਨੀ ਚੱਲਦੇ ਨੇ ਉਸ ਲਈ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਹੈਗੀ ਹੈ ਉਹ ਸਿੱਧੀ ਹੋ ਜਾਂਦੀ ਹੈ। ਮਤਲਬ ਕਹਿੰਦਾ ਕਿ ਜਿਨ੍ਹਾਂ ਰਾਸ਼ੀਆਂ ਦੇ ਉੱਤੇ ਸਿੱਧਾ ਪ੍ਰਭਾਵ ਪੈਂਦਾ, ਉਹਨਾਂ ਦਾ ਸਿੱਧੀ ਦ੍ਰਿਸ਼ਟੀ ਹੁੰਦੀ ਹੈ, ਉਹਨਾਂ ਵਾਸਤੇ ਚੰਗਾ ਟਾਈਮ ਸ਼ੁਰੂ ਹੋ ਜਾਂਦਾ। ਡਿਪੈਂਡ ਕਰਦਾ ਕਿ ਉਹ ਜਿਹੜੇ ਜ਼ੋਡੀਅਕ ਸਾਈਨ ਹੈਗੇ ਆ ਤੁਹਾਡੇ ਹੋਰੋਸਕੋਪ ਦੇ ਵਿੱਚ, ਤੁਹਾਡੇ ਟੇਵੇ ਦੇ ਵਿੱਚ ਕਿੱਥੇ ਕਿੱਥੇ ਬੈਠੇ ਆ। ਇਸੇ ਤਰ੍ਹਾਂ ਜਿਨ੍ਹਾਂ ਦੇ ਉੱਤੇ ਸਾੜ ਸਤੀ ਚੱਲਦੀ ਪਈ ਹੈ ਉਹਦੇ ਵਿੱਚ ਵੀ ਜਦੋਂ ਸ਼ਨੀ ਜਦੋਂ ਰੈਟਰੋਗ੍ਰੇਡ ਹੋਣਗੇ ਤੇ ਥੋੜਾ ਜ਼ਿਆਦਾ ਕਸ਼ਟ ਦਿੰਦੇ ਆ, ਤੇ ਜਦੋਂ ਉਹ ਸਿੱਧੇ ਹੋ ਜਾਂਦੇ ਆ, ਡਾਇਰੈਕਟ ਹੋ ਜਾਂਦੇ ਆ, ਤੇ ਉਹ ਵੀ ਜ਼ਿੰਦਗੀ ਨੂੰ ਤੁਹਾਨੂੰ ਚੰਗੇ ਫਲ ਦੇਣੇ ਸ਼ੁਰੂ ਕਰ ਦਿੰਦੇ ਆ, ਤੁਹਾਡੀ ਲਾਈਫ ਨੂੰ ਸੁਖਾਲੀ ਬਣਾ ਦਿੰਦੇ ਆ। ਸੋ ਮੈਂ ਇਸ ਚੀਜ਼ ਤੋਂ ਇਹ ਸਮਝ ਰਹੀ ਹਾਂ ਕਿ ਜੇ ਤੁਹਾਡੇ ਪਾਸ ਸਾੜ ਸਤੀ ਹੈ, ਠੀਕ ਹੈ, ਜਦੋਂ ਆਪਾਂ ਡਰ ਜਾਂਦੇ ਸਾੜ ਸਤੀ ਆ ਗਈ, ਪਤਾ ਨਹੀਂ ਕੀ ਹੋ ਗਿਆ, ਜੋ ਸਾੜ ਸਤੀ ਚੱਲ ਰਹੀ ਹੈ, ਤੇ ਹੁਣ ਇਸ ਟਾਈਮ ਦੇ ਵਿੱਚ ਫਰੋਮ 29 ਸੈਪਟੈਂਬਰ ਔਨਵਰਡਸ ਅਗਰ ਸਾੜ ਸਤੀ ਚੱਲ ਵੀ ਰਹੀ ਹੈ ਤਾਂ ਵੀ ਸ਼ਨੀ ਦਾ ਜਿਹੜਾ ਇਫੈਕਟ ਆ ਉਹ ਪੋਜ਼ਿਟਿਵ ਹੋਣਾ। ਹਾਂਜੀ, ਉਹ ਇੱਦਾਂ ਹੈਗਾ। ਸਾੜ ਸਤੀ ਦੇ ਬਾਰੇ ਅਗਰ ਗੱਲ ਕਰੀਏ, ਸਾੜ ਸਤੀ ਇੱਦਾਂ ਹੈ ਕਿ ਇਹ ਬੜਾ ਚੈਲੰਜਿੰਗ ਟਾਈਮ ਹੁੰਦਾ ਹੈ, ਇੱਕ ਟੈਸਟਿੰਗ ਟਾਈਮ ਹੁੰਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ, ਜਦੋਂ ਕਿ ਸ਼ਨੀ ਤੁਹਾਨੂੰ ਮਤਲਬ ਕਿ ਤੁਹਾਨੂੰ ਅਸਲੀ ਚਿਹਰਾ ਤੁਹਾਡਾ ਦਿਖਾਉਂਦੇ ਆ, ਤੁਹਾਡੀ ਅਸਲੀ ਜਿਹੜੇ ਅੰਦਰ ਹੁਨਰ ਹੈਗਾ, ਜੋ ਤੁਸੀਂ ਹੈਗੇ ਹੋ ਉਹਦੀ ਪਹਿਚਾਨ। ਅਗਰ ਤੁਸੀਂ ਬਹੁਤ ਜ਼ਿਆਦਾ ਫਤੂਰ ਚ ਘੁੰਮਦੇ ਪਏ ਹੋ ਕਿ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ, ਤੇ ਇਹ ਇੱਕ ਟਾਈਮ ਹੁੰਦਾ ਕਿ ਸ਼ਨੀ ਤੁਹਾਨੂੰ ਫਰਸ਼ ਤੇ ਲਿਆ ਕੇ ਸੁੱਟ ਦਿੰਦਾ। ਅਗਰ ਤੁਸੀਂ ਸਾਰੀ ਹੋਪ ਛੱਡ ਚੁੱਕੇ ਹੋ, ਰੱਬ ਦੇ ਆਸਰੇ ਬੈਠੇ ਹੋ, ਇੱਕ ਟਾਈਮ ਦਾ ਇੰਤਜ਼ਾਰ ਕਰ ਰਹੇ ਹੋ, ਤੁਹਾਡੇ ਕਰਮ ਚੰਗੇ ਨੇ, ਤੇ ਇਹ ਇੱਕ ਟਾਈਮ ਇਹੋ ਜਿਹਾ ਹੁੰਦਾ ਜਦੋਂ ਸ਼ਨੀ ਤੁਹਾਨੂੰ ਫਰਸ਼ ਤੋਂ ਅਰਸ਼ ਤੇ ਲੈ ਕੇ ਚਲਾ ਜਾਂਦਾ। ਤੇ ਇਹ ਬੰਦੇ ਨੂੰ ਅਗਰ ਇਹ ਇੱਦਾਂ ਹੈ ਕਿ ਬੰਦਾ ਹਾਰਡ ਵਰਕ ਕਰਦਾ, ਰਿਜ਼ਲਟ ਨਹੀਂ ਮਿਲਦੇ, ਕਹਿੰਦੇ ਸ਼ਨੀ ਸਲੋ ਕਰ ਦਿੰਦਾ। ਜਿੱਦਾਂ ਕੁੰਦਨ ਹੁੰਦਾ ਨਾ, ਕੁੰਦਨ ਨੂੰ ਆਪਾਂ ਭੱਠੀ ਦੇ ਵਿੱਚ ਜਦੋਂ ਪਖਾਨੇ ਆ, ਉਹਨੂੰ ਜਦੋਂ ਫਰਨੈਸ ਦੇ ਵਿੱਚੋਂ ਕੱਢਦੇ ਆ, ਤੇ ਕੁੰਦਨ ਜਿਹੜਾ ਸੋਨਾ, ਨਿਖਰਿਆ ਹੋਇਆ ਸੋਨਾ ਬਣ ਕੇ ਨਿਕਲਦਾ। ਸੋ ਇਸ ਟਾਈਮ ਦੇ ਦੌਰਾਨ ਉਹ ਟੈਸਟਿੰਗ ਟਾਈਮ ਹੁੰਦਾ। ਕਮਿੰਗ ਬੈਕ ਟੂ ਯੂਰ ਕੁਐਸਚਨ ਕਿ ਜਿਨ੍ਹਾਂ ਰਾਸ਼ੀਆਂ ਦੇ ਉੱਤੇ ਸਾੜ ਸਤੀ, ਜਿੱਦਾਂ ਹੁਣ 3 ਰਾਸ਼ੀਆਂ ਦੇ ਉੱਤੇ ਸਾੜ ਸਤੀ ਚੱਲਦੀ ਪਈ ਹੈ, ਧਨੂ, ਮਕਰ ਤੇ ਕੁੰਭ, ਸੈਜੀਟੇਰੀਅਸ, ਕੈਪਰੀਕੌਨ ਤੇ ਐਕੁਆਰੀਅਸ। ਹੁਣ ਇਹ ਰਾਸ਼ੀਆਂ ਦੇ ਉੱਤੇ ਜਿੱਦਾਂ ਹੁਣ ਸੈਜੀਟੇਰੀਅਸ ਦੀ ਗੱਲ ਕਰੀਏ, ਸੈਜੀਟੇਰੀਅਸ ਦੇ ਜਿਹੜੇ ਸੈਜੀਟੇਰੀਅਸ ਧਨੂ ਰਾਸ਼ੀ ਵਾਲੇ ਹੈਗੇ ਆ, ਪਿਛਲੇ 5 ਮਹੀਨਿਆਂ ਤੋਂ ਉਹਨਾਂ ਨੂੰ ਕਾਰੋਬਾਰ ਦੇ ਵਿੱਚ ਘਾਟਾ ਪੈਂਦਾ ਹੋਏਗਾ, ਜਿਹੜੇ ਪੈਸੇ ਦੀ ਕਿੱਲਤ ਹੋਏਗੀ, ਫੈਮਿਲੀ ਦੇ ਵਿੱਚ ਸਕੂਨ ਨਹੀਂ ਹੋਏਗਾ, ਬਹੁਤ ਜ਼ਿਆਦਾ ਜਿੱਦਾਂ ਤੁਹਾਡਾ ਪੈਸਾ ਕਿਤੇ ਫਸ ਗਿਆ ਹੋਏਗਾ, ਇਨਵੈਸਟਮੈਂਟਸ ਦੇ ਵਿੱਚੋਂ ਰਿਜ਼ਲਟਸ ਨਹੀਂ ਮਿਲਦੇ ਹੋਣਗੇ, ਉਸ ਕਰਕੇ ਘਰ ਦੇ ਵਿੱਚ ਟੈਨਸ਼ਨ ਹੋਏਗੀ। ਹੁਣ 29 ਸਤੰਬਰ ਦੇ ਵਿੱਚੋਂ ਇਸ ਫੀਲਡ ਦੇ ਵਿੱਚ ਤੁਹਾਨੂੰ ਸਕਸੈਸ ਮਿਲੇਗੀ, ਕਾਮਯਾਬੀ ਮਿਲੇਗੀ, ਤੁਹਾਡਾ ਚੰਗਾ ਟਾਈਮ ਹੋ ਰਿਹਾ। ਉਸੇ ਤਰ੍ਹਾਂ ਫॉर ਸੈਜੀਟੇਰੀਅਸ। ਇਸੇ ਤਰ੍ਹਾਂ ਮਕਰ, ਜਿਹੜੀ ਅਸੀਂ ਕਹੀਏ ਮਕਰ ਰਾਸ਼ੀ ਹੈਗੀ ਹੈ, ਮਕਰ ਰਾਸ਼ੀ ਦੇ ਵਿੱਚ ਸ਼ਨੀ, ਇਸ ਸ਼ਨੀ ਦੀ ਆਪਣੀ ਰਾਸ਼ੀ ਹੈ। ਸ਼ਨੀ ਇਸ ਮਕਰ ਰਾਸ਼ੀ ਦੇ ਵਿੱਚ ਵਿਰਾਜਮਾਨ ਹੋਏ ਹੈਗੇ ਨੇ ਤੇ ਸਿੱਧੇ ਹੋਏ ਆ, ਮਾਰਗੀ ਹੋਏ ਆ। ਸੋ ਜਿਹੜੀ ਪਹਿਲੀ ਰਾਸ਼ੀ ਹੁੰਦੀ ਹੈ ਉਹ ਕੀ ਹੁੰਦੀ ਹੈ? ਉਹ ਦੇਖੋ ਤੁਹਾਡੀ ਆਪਣੀ ਸੋਲ, ਤੁਹਾਡੀ ਆਪਣੀ ਪਰਸਨੈਲਿਟੀ। ਸੋ ਜਿਨ੍ਹਾਂ ਲੋਕਾਂ ਨੂੰ ਮੈਂਟਲ ਡਿਪਰੈਸ਼ਨ ਦੀ ਪ੍ਰੋਬਲਮ ਹੋਈ ਹੋਏਗੀ, ਜਿਨ੍ਹਾਂ ਦਾ ਕੌਨਫੀਡੈਂਸ ਬੜਾ ਲੋ ਹੋਇਆ ਹੋਏਗਾ, ਰਿਸ਼ਤਿਆਂ ਦੇ ਵਿੱਚ, ਮੈਰਿਜ ਦੇ ਵਿੱਚ ਸਪੈਸ਼ਲੀ ਘਰ ਦੇ ਵਿੱਚ ਬੜੀ ਘੁਟਨ ਮਹਿਸੂਸ ਹੁੰਦੀ ਹੋਏਗੀ, ਉਹਨਾਂ ਵਾਸਤੇ ਵੀ ਇੰਪਰੂਵਮੈਂਟ ਹੈਗੀ ਹੈ। ਤੁਹਾਡੀ ਆਪਣੇ ਕੌਨਫੀਡੈਂਸ ਵਾਪਸ ਆਏਗਾ। ਜਿਹੜੇ ਤੁਸੀਂ ਡਿਪਰੈਸ਼ਨ ਦੀਆਂ ਦਵਾਈਆਂ ਖਾਂਦੇ ਸੀਗੇ, ਜਿਹਦੇ ਤੁਹਾਨੂੰ ਐਂਜ਼ਾਈਟੀ ਹੁੰਦੀ ਸੀਗੀ, ਉਹ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਕਲੈਰਿਟੀ ਮਿਲੇਗੀ। ਸੋ ਇਸ ਤਰ੍ਹਾਂ ਅਸੀਂ ਗੱਲ ਕਰੀਏ ਕੁੰਭ ਰਾਸ਼ੀ, ਐਕੁਆਰੀਅਸ ਦੇ ਵਿੱਚ ਸ਼ਨੀ ਦੀ ਜਿਹੜੀ ਦ੍ਰਿਸ਼ਟੀ ਹੈ ਤੁਹਾਡੇ 12ਵੇਂ ਘਰ ਦੇ ਵਿੱਚ ਪੈ ਰਹੀ ਹੈ। 12ਵੇਂ ਘਰ ਦੇ ਵਿੱਚ ਐਕੁਆਰੀਅਸ, ਜਿਹੜੇ ਕੁੰਭ ਰਾਸ਼ੀ ਵਾਲੇ, ਅਗਰ ਤੁਸੀਂ ਪਿਛਲੇ ਟਾਈਮ ਦੇ ਵਿੱਚ ਕੋਰਟ ਕੇਸਿਸ ਦੇ ਵਿੱਚ ਚੱਲ ਰਹੇ ਆ, ਤੁਹਾਡੇ ਕੋਰਟ ਕਚਹਿਰੀ ਦੇ ਮਸਲੇ, ਲਿਟੀਗੇਸ਼ਨ ਦੇ ਜੇ ਮਸਲੇ ਹੈਗੇ ਆ, ਤੁਹਾਡੇ ਜਗ੍ਹਾ ਚੇਂਜ ਹੋ ਗਈ ਹੈ, ਜਿਸ ਕਰਕੇ ਤੁਸੀਂ ਬੜੇ ਪਰੇਸ਼ਾਨ ਹੋ, ਤੁਹਾਡਾ ਕੰਮ ਘਰ ਤੋਂ ਬਹੁਤ ਦੂਰ ਹੋ ਗਿਆ ਵਾ, ਜਿਸ ਕਰਕੇ ਤੁਸੀਂ ਫੈਮਿਲੀ ਤੋਂ ਅਲੱਗ ਹੋ ਗਏ ਹੋ, ਆਪਣੇ ਸੱਜਣਾ ਤੋਂ ਤੁਸੀਂ ਅਲੱਗ ਹੋ ਗਏ, ਉਸ ਕਰਕੇ ਤੁਸੀਂ ਡਾਊਨ ਜਾ ਰਹੇ ਹੋ। ਜਾਂ ਇਸੇ ਤਰ੍ਹਾਂ ਘਰ ਦੇ ਵਿੱਚ ਜਿਹੜਾ ਬੰਦੇ ਜਨਾਨੀ ਦੇ ਵਿੱਚ ਇੱਕ ਤਣਾਅ ਹੁੰਦਾ, ਇੱਕ ਜਿਹੜਾ ਮੈਰਿਜ ਦਾ ਸਕੂਨ ਹੁੰਦਾ, ਉਹ ਨਹੀਂ ਮਿਲ ਰਿਹਾ, ਉਸ ਦੇ ਵਿੱਚ ਇਹ ਇੰਪਰੂਵਮੈਂਟ ਹੋਏਗੀ। ਹੁਣ ਇਹ ਸਾੜ ਸਤੀ ਜਿਹੜੀ 3 ਰਾਸ਼ੀਆਂ ਦੇ ਉੱਤੇ ਚੱਲ ਰਹੀ ਹੈ, ਔਰ ਉਹਦੇ ਵਿੱਚ ਸ਼ਨੀ ਦੀ ਸਿੱਧੀ ਦ੍ਰਿਸ਼ਟੀ, ਸ਼ਨੀ ਮਾਰਗੀ ਹੋਏ ਹੈ, ਤੇ ਚੰਗੇ ਰਿਜ਼ਲਟਸ ਜਿਨ੍ਹਾਂ ਏਰੀਆ 'ਚ ਮੈਂ ਦੱਸਿਆ, ਚੰਗੇ ਰਿਜ਼ਲਟਸ ਤੁਹਾਨੂੰ ਮਿਲਣਗੇ। ਹੁਣ ਇਸੇ ਤਰ੍ਹਾਂ
ਜਿੱਦਾਂ ਢਈਆ ਹੁੰਦਾ ਸ਼ਨੀ ਦਾ, right? ਜਿੱਥੇ 2.5 years 2.5 year, ਜਿੱਥੇ ਸ਼ਨੀ ਦੀ ਚੌਥੀ ਤੇ 8ਵੀਂ ਦ੍ਰਿਸ਼ਟੀ ਪੈਂਦੀ ਹੈ। ਹੁਣ ਢਈਏ ਦੀ ਗੱਲ ਕਰੀਏ ਤੇ ਮਿਥੁਨ ਤੇ ਤੁਲਾ ਰਾਸ਼ੀ ਦੇ ਵਿੱਚ, ਜੈਮਨਾਈ ਤੇ ਲੀਬਰਾ ਦੇ ਵਿੱਚ ਢਈਆ ਚੱਲ ਰਿਹਾ ਸੀਗਾ। ਉਹਨਾਂ ਦੇ ਵਿੱਚ ਵੀ ਉਹਦੇ ਵਿੱਚ ਵੀ ਉਹਨਾਂ ਦਾ ਟਾਈਮ ਇੰਪਰੂਵ ਹੋਏਗਾ। ਹੁਣ ਮਿਥੁਨ ਦੇ ਵਿੱਚ ਦੇਖੋ ਜਿਹੜੇ 8ਵਾਂ ਘਰ ਬਣਦਾ ਤੇ ਇਸ ਪਿਛਲੇ ਜਿੱਦਾਂ ਮਿਥੁਨ ਰਾਸ਼ੀ ਦੇ ਵਿੱਚ ਤੁਹਾਨੂੰ ਸਿਹਤ ਦੀ ਪ੍ਰੋਬਲਮ ਹੋ ਸਕਦੀ ਪਿਛਲੇ 5-6 ਮਹੀਨਿਆਂ ਤੋਂ, ਉਹ ਕਾਫੀ ਇੰਪਰੂਵ ਹੋਏਗੀ। ਜਿਹੜੇ ਤੁਹਾਡੇ ਹੱਡੀਆਂ ਦਾ, ਜੋੜਾਂ ਦਾ ਦਰਦ ਤੁਹਾਨੂੰ ਪਰੇਸ਼ਾਨ ਕਰ ਰਿਹਾ ਸੀ, ਕਿਉਂਕਿ ਸ਼ਨੀ ਜਿਹੜਾ ਆਰਥਰਾਈਟਸ ਹੱਡੀਆਂ ਦਾ ਇਹ ਦਿੰਦਾ ਹੈ। ਬਲੱਡ ਰਿਲੇਟਡ ਏਲਮੈਂਟ ਹੋਣਗੇ, ਜਿਹੜੇ ਤੁਹਾਡੇ ਖੂਨ ਦੇ ਨਾਲ ਰਿਲੇਟਡ ਤੁਹਾਨੂੰ ਬਿਮਾਰੀਆਂ, ਉਹਦੇ ਵਿੱਚ ਕਾਫੀ ਤੁਹਾਡੀ ਸਿਹਤ ਤੰਦਰੁਸਤ ਹੋਏਗੀ। ਜੇ ਤੁਲਾ ਰਾਸ਼ੀ ਦੀ ਗੱਲ ਕਰੀਏ ਤੇ ਤੁਲਾ ਦੇ ਵਿੱਚ ਸ਼ਨੀ ਦਾ ਚੌਥਾ ਭਾਵ ਬਣਦਾ ਪਿਆ। ਤੁਹਾਨੂੰ ਆਪਣੀ ਮਾਂ ਦੀ ਸਿਹਤ ਜਿਹੜੀ ਤੁਹਾਡੀ ਖਰਾਬ ਹੋਏਗੀ ਹੈ, ਮਾਂ ਵੱਲੋਂ ਤੁਹਾਨੂੰ ਉਹ ਤੁਹਾਡੇ ਮਾਂ ਦੇ ਨਾਲ ਜਿਹੜਾ ਤੁਹਾਡਾ ਰਿਸ਼ਤਾ ਹੈ ਸੁਖਾਲਾ ਹੋਏਗਾ। ਅੱਛਾ। ਇਸੇ ਤਰ੍ਹਾਂ ਤੁਸੀਂ ਰੀਅਲ ਐਸਟੇਟ ਦੇ ਵਿੱਚ ਕੋਈ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਇਹ ਸਿਰਫ ਗੱਲ ਕਰ ਰਿਹਾ ਮੈਂ ਤੁਲਾ ਰਾਸ਼ੀ ਲੀਬਰਾ ਦੀ, ਤੇ ਰੀਅਲ ਐਸਟੇਟ ਦੇ ਵਿੱਚ ਕੋਈ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਕੋਈ ਨਵਾਂ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਉਹਦੇ ਵਿੱਚ ਤੁਹਾਨੂੰ ਬਹੁਤ ਤਰੱਕੀ ਮਿਲੇਗੀ। ਸੋ ਇਹ ਜਿਹੜੀਆਂ ਰਾਸ਼ੀਆਂ ਦੀ ਮੈਂ ਗੱਲ ਕੀਤੀ ਹੈ, ਇਸ ਤਰ੍ਹਾਂ ਜਿੱਦਾਂ ਹੁਣ ਸ਼ਨੀ ਦੀ ਚਾਲ ਬਦਲੀ ਹੈ ਤੇ ਇਹਨਾਂ ਉੱਤੇ ਜਿਹੜੀ ਚੈਲੰਜਸ ਆ ਰਹੇ ਸੀਗੇ ਪਿਛਲੇ ਟਾਈਮ ਤੋਂ, ਉਹ ਹੁਣ ਚੈਲੰਜਸ ਨਹੀਂ ਰਹਿਣਗੇ ਤੇ ਉਹ ਚੰਗਾ ਟਾਈਮ ਹੋ ਗਿਆ। ਮਤਲਬ ਕਿ ਤੁਹਾਡਾ ਜਿਹੜਾ ਔਖਾ ਟਾਈਮ ਸੀਗਾ, ਸਿਰਫ ਇਹਨਾਂ ਦੀ ਡਾਇਰੈਕਟ ਹੋਣ ਕਰਕੇ ਇਹ ਟਾਈਮ ਤੁਹਾਡਾ ਬਿਲਕੁਲ ਚੇਂਜ ਹੋ ਗਿਆ ਤੇ ਬੈਟਰ ਹੋ ਗਿਆ। ਹਾਂ, ਉਹਨਾਂ ਜਿੰਨਾ ਖੇਤਰਾਂ ਦੇ ਵਿੱਚ, ਜਿੰਨਾ ਪਾਸੇ, ਜਿੰਨਾ ਐਸਪੈਕਟਸ ਦੇ ਵਿੱਚ ਮੈਂ ਗੱਲ ਕੀਤੀ ਹੈ, ਉਹਨਾਂ ਵਿੱਚ ਜਿਹੜੀ ਤੁਹਾਨੂੰ ਚੈਲੰਜਸ ਮਿਲ ਰਹੇ ਸੀਗੇ ਉਹ ਬੈਟਰ ਹੋਏ ਨੇ। ਤੇ ਵਾਟ ਅਬਾਊਟ ਦੀ ਅਦਰਸ? ਅਦਰਸ ਦੇ ਵਿੱਚ ਹੁਣ ਦੇਖੋ ਸ਼ਨੀ ਦੇ, ਜਿੱਦਾਂ ਹੁਣ ਸ਼ਨੀ ਦਾ ਹੁਣ ਪਿਛਲੇ 23 ਸਤੰਬਰ ਤੋਂ ਰਾਹੂ ਕੇਤੂ ਨੇ ਵੀ ਆਪਣਾ ਘਰ ਚੇਂਜ ਕੀਤਾ ਸੀਗਾ, ਹੁਣ ਸ਼ਨੀ ਨੇ ਵੀ ਆਪਣੇ ਸਿੱਧੇ ਹੋ ਗਏ। ਸੋ ਜਿਹੜਾ ਸ਼ਨੀ ਦਾ ਰਾਹੂ ਦੇ ਨਾਲ ਨਵ ਪੰਚਮ ਯੋਗ ਬਣਦਾ ਪਿਆ, ਇਹ ਵੀ ਇੱਕ ਚੰਗਾ ਯੋਗ ਮੰਨਿਆ ਜਾਂਦਾ ਹੈ। ਅਗਲੀ ਜਿਹੜੀਆਂ ਹੋਰ ਰਾਸ਼ੀਆਂ ਹੈਗੀਆਂ, ਜਿੱਦਾਂ ਸ਼ਨੀ ਦੀ ਜਿਹੜੀ ਦ੍ਰਿਸ਼ਟੀ ਹੈਗੀ ਹੈ ਉਹ 3 ਪਾਸੇ ਪੈਂਦੀ ਹੈ, ਤੀਜਾ, 7ਵਾਂ ਤੇ 10ਵਾਂ ਘਰ। ਤੀਜਾ, 7ਵਾਂ ਤੇ 10ਵਾਂ ਜ਼ੋਡੀਐਕ ਸਾਈਨ। ਉਸ ਹਿਸਾਬ ਨਾਲ ਪਾਈਸਿਸ, ਕੈਂਸਰ ਤੇ ਤੁਲਾ ਦੇ ਉੱਤੇ ਇਹ ਸਿੱਧੀ ਦ੍ਰਿਸ਼ਟੀ ਪੈਂਦੀ ਹੈਗੀ ਹੈ। ਇਹਨਾਂ ਵਾਸਤੇ ਵੀ ਚੰਗਾ ਟਾਈਮ ਹੁਣ ਹੋਏਗਾ। ਜਿੱਦਾਂ ਹੁਣ ਪਾਈਸਿਸ ਦੀ ਅਗਰ ਅਸੀਂ ਗੱਲ ਕਰੀਏ, ਪਾਈਸਿਸ ਦੇ ਵਾਸਤੇ ਧਨ ਦਾ ਯੋਗ ਬਣਦਾ ਪਿਆ, ਜਿੱਦਾਂ ਯਕਦਮ ਲੋਟਰੀ ਵਿਨਿੰਗ ਦਾ, ਯਕਦਮ ਜਦੋਂ ਪੈਸਾ ਆਉਂਦਾ ਆ ਜਾਂ ਕਿਤੇ ਤੁਹਾਨੂੰ ਲੈਗੇਸੀ ਮਿਲਦੀ ਹੈ, ਉਹ ਪਾਈਸਿਸ ਦੇ ਲਈ ਉਹ ਯੋਗ ਬਣ ਰਿਹਾ। ਇਸੇ ਕਰਕੇ ਤੁਲਾ ਦੀ, ਆਪਣੀ ਕਰਕ ਦੀ ਗੱਲ ਕਰੀਏ, ਕੈਂਸਰ ਦੀ ਗੱਲ ਕਰੀਏ, ਕੈਂਸਰ ਦੇ ਵਿੱਚ ਇਹ ਯੋਗ ਜਿਹੜਾ ਸਿੱਧਾ ਤੇ ਸਿੱਧਾ 7ਵੇਂ ਘਰ ਦੇ ਵਿੱਚ ਬਣ ਰਿਹਾ, ਜਿਸ ਦੇ ਨਾਲ 7ਵਾਂ ਘਰ ਮੈਰਿਜ ਦਾ ਹੁੰਦਾ। ਤੁਹਾਡੀ ਮੈਰਿਜ ਤੋਂ ਜਿਹੜੀ ਤੁਹਾਨੂੰ ਹਾਰਮਨੀ ਮਿਲਦੀ ਹੈ, ਚਾਹੇ ਤੁਹਾਡੀ ਹਸਬੈਂਡ ਵਾਈਫ ਹੈਗੇ ਹੋ, ਪਾਰਟਨਰਸ ਹੈਗੇ ਹੋ, ਲਵਰ ਬਿਲਵਡ ਹੈਗੇ ਹੋ, ਜਿਹੜਾ ਤੁਹਾਨੂੰ ਪਿਆਰ ਦੇ ਵਿੱਚ ਜਿਹੜੀ ਕਸ਼ਮਕਸ਼ ਚੱਲ ਰਹੀ ਸੀਗੀ, ਜਿਹੜਾ ਪਿਆਰ ਦੇ ਵਿੱਚ ਜਾਂ ਘਰ ਗ੍ਰਸਤੀ ਦੇ ਵਿੱਚ ਸੁੱਖ ਦੀ ਕਮੀ ਸੀਗੀ, ਉਹਦੇ ਵਿੱਚ ਵਾਧਾ ਹੋਏਗਾ। ਲਵ ਮੈਟਰਸ ਦੇ ਵਿੱਚ, ਲਵ ਅਫੇਅਰਸ ਦੇ ਵਿੱਚ ਤੁਹਾਡਾ ਟਾਈਮ ਫੇਵਰੇਬਲ ਹੋਣ ਵਾਲਾ ਹੈ। ਹੁਣ ਦੇਖੋ ਗੱਲ ਅਸੀਂ ਕਰਦੇ ਪਏ ਹਾਂ 10ਵੀਂ, ਜਿੱਥੇ ਸ਼ਨੀ ਦੀ 10ਵੀਂ ਦ੍ਰਿਸ਼ਟੀ ਪੈਂਦੀ ਹੈ। ਤੁਲਾ ਦੇ ਬਾਰੇ ਮੈਂ ਪਹਿਲੇ ਵੀ ਗੱਲ ਕਰ ਚੁੱਕਿਆ, ਤਾਂ ਤੁਲਾ ਦੇ ਵਿੱਚ ਵੀ ਜਿੱਦਾਂ ਅਸੀਂ ਗੱਲ ਕਰੀਏ ਕਿ ਹੁਣ 10ਵੀਂ ਦ੍ਰਿਸ਼ਟੀ ਪੈਣ ਕਰਕੇ ਤੁਲਾ ਦੇ ਵਿੱਚ ਵੀ ਮਾਂ ਵੱਲੋਂ ਸਹਿਯੋਗ, ਅਗਰ ਤੁਸੀਂ ਕੋਈ ਵਹੀਕਲ ਬਾਈ ਕਰਨਾ ਚਾਹੁੰਦੇ ਹੋ, ਜਿਹੜੇ ਲੋਕੀ ਕਾਰ ਦੇ ਵਿੱਚ ਕੰਮ ਕਰਦੇ, ਕਾਰਾਂ ਦੇ ਵਿੱਚ, ਆਟੋਮੋਬਾਈਲਸ ਦੇ ਵਿੱਚ ਕੰਮ ਕਰਦੇ, ਡੀਲਰਸ਼ਿਪ ਦੇ ਵਿੱਚ ਕੰਮ ਕਰਦੇ, ਸੇਲਸ ਦੇ ਵਿੱਚ ਕੰਮ ਕਰਦੇ, ਉਹਨਾਂ ਲਈ ਬੜਾ ਅੱਛਾ ਟਾਈਮ ਹੈ। ਇਸੇ ਤਰ੍ਹਾਂ ਤੁਸੀਂ ਜਿਹੜੇ ਰੀਅਲਟਰਸ ਹੈਗੇ ਆ, ਰੀਅਲਟਰ ਦੀ ਸੇਲਸ ਦੇ ਵਿੱਚ ਹੈਗੇ, ਮੋਰਗੇਜ, ਜਿਹੜੇ ਰੀਅਲ ਐਸਟੇਟ ਦੀ ਮੋਰਗੇਜ ਨਾਲ ਕੰਮ ਕਰਦੇ, ਉਹਨਾਂ ਵਾਸਤੇ ਜਿਹੜੇ ਲੀਬਰਾਜ਼ ਹੈਗੇ, ਅੱਛਾ ਟਾਈਮ ਹੈ। ਔਰ ਅੱਜ ਕਾ ਸੈਪਟੈਂਬਰ ਉਹਨਾਂ ਦਾ ਹੀ ਟਾਈਮ ਚੱਲ ਰਿਹਾ ਹੈ। ਹਾਂਜੀ, ਇਹ ਬਿਲਕੁਲ। ਔਰ ਇਹ ਟਾਈਮ ਦੇਖੋ ਆਉਣ ਵਾਲੇ ਤੁਹਾਡੇ 4 ਮਹੀਨਿਆਂ ਤੱਕ, 4-5 ਮਹੀਨਿਆਂ ਤੱਕ, ਜਦੋਂ ਤੱਕ ਸ਼ਨੀ ਦੀ 10ਵੀਂ ਦ੍ਰਿਸ਼ਟੀ ਪੈਂਦੀ ਪਈ ਹੈ, ਇਹ ਤੁਸੀਂ ਕਰਮ ਕਰੋਗੇ ਤੇ ਇਹਦਾ ਫਲ ਤੁਹਾਨੂੰ ਯਕਦਮ ਵਿੰਡਫਾਲ ਦੇ ਰੂਪ ਦੇ ਵਿੱਚ ਮਿਲੇਗਾ। 10ਵਾਂ ਘਰ ਜਿਹੜਾ ਕਰਮ, ਕਰਮੇਸ਼, 11ਵਾਂ ਜਿਹੜਾ ਹੈ ਫਲੇਸ਼ ਦੇ ਵਿੱਚ ਕਹਿ ਲਓ ਸਡਨ ਮਨੀ ਗੇਨ, ਸਕਸੈਸ, ਉਹ ਚੀਜ਼ਾਂ ਦਾ ਯੋਗ। ਤੇ ਫਿਰ ਇਹ ਸਾਨੂੰ ਇਸ ਟਾਈਮ ਜੇ ਲੈਟਸ ਸੇ ਹੁਣ ਅਸੀਂ ਕੁਝ ਕਰ ਨਹੀਂ ਰਹੇ, ਸ਼ੁੱਡ ਵੀ ਡੂ ਸਮਥਿੰਗ? ਜਿਨ੍ਹਾਂ ਦੇ ਇਹ ਜਿਹੜੇ ਸਾਇੰਸ ਹੈਗੇ, ਕਿਉਂਕਿ ਕੁਝ ਸਾਇੰਸ ਹੈਗੇ ਜਿਨ੍ਹਾਂ ਦੇ ਉੱਪਰ ਕੋਈ ਇਫੈਕਟ ਨਹੀਂ ਹੈਗਾ ਜਾਂ ਨਿਊਟਰਲ ਹੈ, ਕੀ ਹਿਸਾਬ ਦਾ ਉਹਨਾਂ ਦਾ? ਸਾਈਨਾਂ ਦਾ ਜਿੱਦਾਂ ਹੁਣ ਜਿੱਦਾਂ ਸੈਜੀਟੇਰੀਅਸ ਦੀ ਗੱਲ ਕਰੀਏ, ਸੈਜੀਟੇਰੀਅਸ ਦੇ ਵਿੱਚ ਸੈਜੀਟੇਰੀਅਸ ਦੀ ਗੱਲ ਕਰ ਰਹੀ, ਲੀਓ ਦੀ ਗੱਲ ਕਰੀਏ, ਲੀਓ ਦੇ ਵਿੱਚ 6ਵੇਂ ਤੇ 7ਵੇਂ ਘਰ ਦੀ ਯੁਕਤੀ ਬਣਦੀ ਪਈ ਹੈ, ਜਿਹੜੀ ਸ਼ਨੀ ਦੀ ਯੁਕਤੀ 6ਵੇਂ ਤੇ 7ਵੇਂ ਘਰ ਦੀ। ਅਗੇਨ ਤੁਹਾਡੇ ਦੁਸ਼ਮਣਾਂ ਦੇ ਉੱਤੇ ਤੁਸੀਂ ਵਿਜੇ ਪ੍ਰਾਪਤ ਕਰੋਗੇ, ਘਰ ਗ੍ਰਸਤੀ ਦਾ ਸੁੱਖ ਤੁਹਾਡੇ ਲਈ ਹੈਗਾ। ਵਰਗੋ ਦੇ ਵਿੱਚ ਜਿਹੜੀ ਸ਼ਨੀ ਦੀ ਯੁਕਤੀ ਹੈ ਉਹ 5ਵੇਂ ਤੇ 6ਵੇਂ ਘਰ ਦੇ ਵਿੱਚ ਬਣ ਰਹੀ। 5ਵਾਂ ਘਰ ਸੰਤਾਨ ਦਾ ਹੁੰਦਾ, ਸਪੈਕੂਲੇਸ਼ਨ ਦਾ ਹੁੰਦਾ,
ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਡੀਲ ਕਰਦੇ ਹੋ, ਟ੍ਰੇਡ ਕਰਦੇ ਹੋ, ਇਨਵੈਸਟਮੈਂਟ ਕਰਦੇ ਹੋ, ਤੁਹਾਡਾ ਜਿਹੜਾ ਵਰਗੋਜ਼ ਲਈ ਅੱਛਾ ਟਾਈਮ ਹੈਗਾ। ਔਰ ਤੁਹਾਡੀ ਸਿਹਤ ਦਾ ਸਿਤਾਰਾ ਅੱਛਾ ਹੋਏਗਾ। ਜਿਹੜੇ ਤੁਹਾਨੂੰ ਲੋਕੀ ਪਰੇਸ਼ਾਨ ਕਰ ਰਹੇ ਸੀਗੇ, ਤੁਹਾਡਾ ਪੈਸਾ ਜਿਨ੍ਹਾਂ ਨੇ ਮਾਰ ਲਿਆ ਸੀਗਾ, ਜਾਂ ਜਿਹੜੇ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂਟਲ ਸਟ੍ਰੈਸ ਦਿੰਦੇ ਸੀਗੇ, ਉਹ ਤੁਹਾਡੇ ਲਈ ਫੇਵਰੇਬਲ ਟਾਈਮ ਹੁਣ ਆ ਰਿਹਾ ਹੈਗਾ। ਸਕੋਰਪੀਓ ਦਾ ਜਿਹੜਾ ਸਿਤਾਰਾ ਹੈਗਾ, ਸਕੋਰਪੀਓ ਦਾ ਤੀਜੇ ਥਾਂ ਦੇ ਉੱਤੇ ਸ਼ਨੀ ਦੀ ਯੁਕਤੀ ਬਣਦੀ ਪਈ ਹੈ। ਤੀਜੇ ਘਰ ਦੇ ਵਿੱਚ, ਤੀਜਾ ਘਰ ਹੁੰਦਾ ਪਰਾਕਰਮ ਦਾ, ਤੀਜਾ ਘਰ ਹੁੰਦਾ ਸਿਬਲਿੰਗਸ ਦਾ। ਤੁਹਾਨੂੰ ਆਪਣੇ ਭੈਣ ਭਰਾਵਾਂ ਦੇ ਕੋਲੋਂ ਸਪੋਰਟ ਮਿਲੇਗੀ। ਜਿਹੜੇ ਕੰਮ ਨੂੰ ਤੁਸੀਂ ਡਰਦੇ ਪਏ ਸੀ, ਕਰੀਏ ਨਾ ਕਰੀਏ, ਸ਼ਸ਼ੋ ਪੰਜੇ ਦੇ ਵਿੱਚ ਪਏ ਹੋਏ ਸੀਗੇ ਕਿ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਉਹਦੇ ਵਿੱਚ ਤੁਹਾਨੂੰ ਇੱਦਾਂ ਦੀ ਕਰੇਜ ਮਿਲੇਗੀ। ਕੋਈ ਇਹੋ ਜਿਹਾ ਬੰਦਾ, ਕੋਈ ਇਹੋ ਜਿਹਾ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਏਗਾ ਜਿਹੜਾ ਤੁਹਾਨੂੰ ਪੁਸ਼ ਕਰੇਗਾ, ਮੋਟੀਵੇਟ ਕਰੇਗਾ, who will stand by you to do the task। ਇਸੇ ਤਰ੍ਹਾਂ ਅਸੀਂ ਗੱਲ ਕਰੀਏ ਏਰੀਜ਼ ਦੀ ਗੱਲ ਕਰੀਏ। ਏਰੀਜ਼ ਦਾ ਜਿਹੜਾ ਇਹ ਹੈਗਾ 10ਵੇਂ ਘਰ ਦੇ ਵਿੱਚ। ਅਗੇਨ ਏਰੀਜ਼, ਜੇ ਤੁਹਾਨੂੰ ਜੌਬ ਦੇ ਵਿੱਚ ਪਿਛਲੇ ਟਾਈਮ ਤੋਂ ਪ੍ਰੋਬਲਮਸ ਚੱਲ ਰਹੀਆਂ, ਤੁਹਾਡਾ ਬਿਜ਼ਨਸ ਨਹੀਂ ਚੱਲ ਰਿਹਾ, ਤੁਹਾਡੇ ਪਾਰਟਨਰ ਨੇ ਤੁਹਾਡਾ ਪੈਸਾ ਮਾਰ ਲਿਆ, ਹੁਣ ਜਿਹੜਾ ਟਾਈਮ ਹੈਗਾ ਏਰੀਜ਼ ਵਾਸਤੇ ਇਹ ਬੜਾ ਹੀ ਵਧੀਆ ਹੈਗਾ। ਔਰ ਏਰੀਜ਼ ਦੀ ਮੈਂ ਗੱਲ ਕਰਾਂ ਤੇ ਏਰੀਜ਼ ਦੇ ਉੱਤੇ ਸਿੱਧਾ ਟ੍ਰੇਡ ਐਂਡ ਬਿਜ਼ਨਸ, ਸੋ ਬਿਜ਼ਨਸ ਐਂਡ ਟ੍ਰੇਡ ਦੇ ਵਿੱਚ ਤੁਹਾਨੂੰ ਬਹੁਤ ਸਕਸੈਸ ਮਿਲੇਗੀ। ਇਹ ਜਿਹੜਾ ਟਾਈਮ ਚੱਲ ਰਿਹਾ, ਬਸ ਇੰਨਾ ਕਰਨਾ ਹੈ ਤੁਸੀਂ, ਆਪਣੇ ਕਰਮ ਅੱਛੇ ਰੱਖਣੇ ਆ, ਜਿਹੜੀ ਕਮਾਈ ਹੈਗੀ ਹੈ ਉਹਦਾ 10 ਬੰਦ ਕੱਢਣਾ, ਸੇਵਾ ਭਾਵ ਲਈ। ਮਾਂ ਪਿਓ ਦੀ ਸੇਵਾ ਕਰੋ, ਲੇਬਰ ਦਾ ਪੈਸਾ ਕਦੀ ਨਾ ਮਾਰੋ। ਕਿਸੇ ਨਾਲ ਝੂਠ ਜੇ ਬੋਲਣਾ ਪਏ, ਬੜੀ ਹੱਦ ਹੈ ਤਾਂ ਹੀ ਬੋਲੋ, ਉਂਝ ਨਾ ਬੋਲੋ। ਸ਼ਰਾਬ ਦਾ ਸੇਵਨ ਕਰਦੇ ਹੋ, ਘੱਟ ਕਰ ਦਿਓ, ਘੱਟੋ ਘੱਟ ਸ਼ਨੀਵਾਰ ਨੂੰ ਸ਼ਰਾਬ ਨਾ ਪੀਓ। ਸਭ ਤੋਂ ਵੱਡੀ ਗੱਲ ਹੈ ਨਾ, ਸਭ ਤੋਂ ਵੱਡੀ ਗੱਲ ਹੈ। ਤੇ ਕਾਲੇ ਕੱਪੜੇ ਪਾਓ ਸ਼ਨੀਵਾਰ ਨੂੰ। ਕੁਝ ਰਾਸ਼ੀਆਂ ਦੇ ਲਈ ਨਹੀਂ ਹੈਗੇ, ਲੇਕਿਨ ਏਰੀਜ਼ ਦੀ ਮੈਂ ਗੱਲ ਕਰਾਂ ਤੇ ਕਾਲੇ ਕੱਪੜੇ ਸ਼ਨੀਵਾਰ ਨੂੰ ਪਾਓ, ਉਹ ਤੁਹਾਡੇ ਲਈ ਚੰਗੇ ਰਹਿਣਗੇ। ਸੋ ਇਹ ਲਗਭਗ ਮੈਂ ਸਾਰੀਆਂ ਰਾਸ਼ੀਆਂ ਦੇ ਬਾਰੇ ਜਿਹੜੇ ਸ਼ਨੀ ਕਰ ਲਿੱਤਾ। ਸੋ ਦੈਟ ਮੀਨਸ ਜੋ ਮੈਨੂੰ ਸਮਝ ਆ ਰਿਹਾ ਕਿ ਹਰ ਇੱਕ ਰਾਸ਼ੀ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਇਫੈਕਟ ਆ ਹੀ ਰਿਹਾ। ਹਾਂਜੀ, ਕਈਆਂ ਦੇ ਵਿੱਚ ਜ਼ਿਆਦਾ ਹੈ ਤੇ ਬਾਕੀਆਂ ਦੇ ਵਿੱਚ ਜਿੱਥੇ ਵੀ ਥੋੜੀ ਪ੍ਰੋਬਲਮ ਸੀ ਕਿ ਦੈਟ ਪ੍ਰੋਬਲਮ ਇਜ਼ ਗੋਇੰਗ ਐਂਡ ਅੱਛਾ। ਸੋ ਆਈ ਥਿੰਕ ਨੈਕਸਟ 142 ਡੇਜ਼ 142 ਡੇਜ਼ ਵਾਸਤੇ ਮੇਕ ਦ ਮੋਸਟ ਆਫ ਇਟ। ਤੇ ਆ ਜਿਹੜਾ ਅਗਲਾ ਟਾਈਮ ਆ ਰਿਹਾ ਹੈ, ਕਿੰਨੇ ਕੁ ਮਹੀਨੇ ਹੋ ਗਏ 142 ਡੇਜ਼? 4.5 ਮੰਥਸ। 4.5 ਮਹੀਨਿਆਂ ਦੇ ਵਿੱਚ ਜੇ ਤੁਸੀਂ ਆਪਣੇ ਆਪ ਨੂੰ ਵਧਾਉਣਾ ਚਾਹੁੰਦੇ ਹੋ ਅੱਗੇ, ਫਾਈਨੈਂਸ਼ਲੀ, ਇਨ ਰਿਲੇਸ਼ਨਸ਼ਿਪ ਜਾਂ ਹੈਲਥ ਵਾਈਜ਼, ਸੋ ਆਈ ਥਿੰਕ ਦਿਸ ਇਜ਼ ਅ ਵੈਰੀ ਵੈਰੀ ਗੁੱਡ ਟਾਈਮ, ਤੁਸੀਂ ਕਰ ਸਕਦੇ ਹੋ। ਅੱਗੇ ਜਾ ਕੇ ਆਪਾਂ ਗੱਲ ਕਰੀਏ ਕਿ ਬਹੁਤ ਸਾਰੇ ਲੋਕ ਨੇ ਇਸ ਵਕਤ ਮੈਂਟਲ ਸਟ੍ਰੈਸ ਤੋਂ ਨਿਕਲ ਰਹੇ ਨੇ, ਐਂਡ ਆਈ ਥਿੰਕ ਮੈਂਟਲ ਸਟ੍ਰੈਸ ਵੀ ਸ਼ਨੀ ਕਰਕੇ ਹੋ ਜਾਂਦਾ ਹੈ, ਨਰਵਸ ਸਿਸਟਮ ਦੇ ਉੱਪਰ ਉਹ ਇਫੈਕਟ ਕਰਦਾ। ਤੇ ਉਹ ਕਿਉਂਕਿ ਕੋਵਿਡ ਦਾ ਵੀ ਟਾਈਮ ਹੈਗਾ, ਤੇ ਉਸ ਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਜਾਏ, ਜਾਂ ਸ਼ਨੀ ਦਾ ਉਹਦੇ ਨਾਲ ਕੋਈ ਸੰਬੰਧ ਕਿਸ ਤਰ੍ਹਾਂ, ਕੀ ਹਿਸਾਬ ਕਿਤਾਬ ਹੈਗਾ? ਹੁਣ ਦੇਖੀਏ, ਅਸੀਂ ਜਿਹੜੇ ਇਸ ਲਈ ਅਸੀਂ ਜਿਹੜਾ ਗੋਚਰ ਹੈਗਾ ਉਹਦੀ ਗੱਲ ਕਰੀਏ। ਸ਼ਨੀ ਹੈਗੇ ਕੈਪਰੀਕੌਨ ਦੇ ਵਿੱਚ ਬੈਠੇ, ਰਾਹੂ ਟੌਰਸ ਦੇ ਵਿੱਚ ਤੇ ਕੇਤੂ ਜਿਹੜੇ ਸਕੋਰਪੀਓ ਦੇ ਵਿੱਚ ਬੈਠੇ। ਇਹ 3 ਗ੍ਰਹਿ ਹੈ ਨਾ, ਇਹਨਾਂ ਨੇ ਜਿਹੜੀ ਸਤੰਬਰ ਦੇ ਵਿੱਚ ਆਪਣੀ ਯੁਕਤੀ ਚੇਂਜ ਕੀਤੀ ਹੈ ਨਾ, ਉਹਦਾ ਬਹੁਤ ਫਰਕ ਪੈ ਰਿਹਾ। ਤੇ ਸੈਟਰਨ ਜਿੱਦਾਂ ਹੁਣ ਮਕਰ ਦੇ ਵਿੱਚ ਬੈਠ ਕੇ ਜਿਹੜੀ ਤੁਹਾਡੀ ਮੈਂਟਲ ਸਟ੍ਰੈਸ ਸੀਗੀ ਉਹ ਹੁਣ ਕਾਫੀ ਘੱਟ ਹੋਏਗੀ। ਤੁਸੀਂ ਕੈਪਰੀਕੌਨ ਵਾਲਿਓ, ਤੁਸੀਂ ਕਰਨਾ ਕੀ ਹੈ, ਜੇ ਹੋ ਸਕਦਾ ਸੋਮਵਾਰ ਨੂੰ ਜੇ ਤੁਸੀਂ ਸ਼ਿਵਲਿੰਗ ਨੂੰ ਪਾਣੀ ਚੜਾ ਸਕਦੇ ਹੋ, ਉਹ ਬਹੁਤ ਵਧੀਆ ਉਪਾਅ ਹੈਗਾ। ਓਮ ਨਮः ਸ਼ਿਵਾਏ ਦਾ ਜਾਪ ਕਰੋ। ਜਿਹੜੇ ਸ਼ਨੀ ਹੈਗੇ ਸ਼ਿਵ ਭਗਤ ਹੈਗੇ, ਓਮ ਨਮः ਸ਼ਿਵਾਏ ਦਾ ਜਾਪ ਬਹੁਤ ਹੀ ਤੁਹਾਡੇ ਲਈ ਲਾਭਦਾਇਕ ਸਿੱਧ ਹੋਏਗਾ। ਸ਼ਨੀ ਦੀ ਇੱਕ ਮਾਲਾ ਕਰੋ, ਸਵੇਰੇ ਸ਼ਾਮ 108 ਵਾਰੀ ਸ਼ਨੀ ਦਾ ਜਿਹੜਾ ਬੀਜ ਮੰਤਰ ਹੈ ਉਹਦਾ ਉਚਾਰਨ ਕਰੋ। ਓਮ ਪ੍ਰਾਮ ਪ੍ਰੀਮ ਪ੍ਰਾਮ ਸਹ ਸ਼ਨਿਸ਼ਚਰਾਏ ਨਮः, ਜਾਂ ਓਮ ਸ਼ਮ ਸ਼ਨਿਸ਼ਚਰਾਏ ਨਮः, ਜਿਹੜਾ ਤੁਹਾਨੂੰ ਸੌਖਾ ਲੱਗਦਾ ਉਹਦਾ 108 ਵਾਰੀ ਸਵੇਰੇ ਸ਼ਾਮ ਮਾਲਾ ਕਰੋ। ਬੇਸਿਕਲੀ ਤੇ ਇਹ ਹੁੰਦਾ ਕਿ ਅਸੀਂ ਵੀ ਆਰ ਲੁਕਿੰਗ ਇੰਟਰਨਲ, ਅਸੀਂ ਆਪਣੇ ਆਪ ਨੂੰ ਅੰਦਰ ਦੇਖ ਰਹੇ ਹਾਂ ਔਰ ਆਪਣੇ ਆਪ ਨਾਲ ਜ਼ਿਆਦਾ ਜੁੜ ਰਹੇ ਹਾਂ, ਤਾਂ ਕਿ ਅਸੀਂ ਇੱਧਰ ਉੱਧਰ ਨਾ ਭਟਕੀਏ, ਡਿਸਟਰੈਕਟ ਨਾ ਹੋਈਏ ਤੇ ਗਲਤ ਕੰਮ ਨਾ ਕਰੀਏ। ਬਿਲਕੁਲ ਜੀ, ਇੱਦਾਂ ਹੈ ਕਿ ਸਮਝਣ ਦੀ ਗੱਲ ਹੈਗੀ ਹੈ। ਅਸੀਂ ਜਾਣਦੇ ਹੋਏ, ਨਾ ਜਾਣਦੇ ਹੋਏ, ਅਣਜਾਣੇ ਦੇ ਵਿੱਚ ਕਈ ਤਰ੍ਹਾਂ ਦੇ ਕਰਮ ਕਰ ਦਿੰਦੇ ਹਾਂ। ਸਾਡੇ ਦਿਮਾਗ ਦੇ ਵਿੱਚ ਇਹ ਕਦੀ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਲੇਖਾ ਜੋਖਾ ਹੈਗਾ ਉਹ ਅਨਨੋਟਿਸ ਜਾ ਰਿਹਾ। ਇੱਕ ਵੀ ਅਸੀਂ ਕਰਮ ਕਰਦੇ ਹਾਂ ਉਹਦਾ ਲੇਖਾ ਜੋਖਾ ਬੰਦ ਆਇਆ। ਇੱਥੋਂ ਤੱਕ ਵੀ ਕਿਹਾ ਗਿਆ ਹੈਗਾ ਕਿ ਜੇ ਇੱਕ ਖੇਤ ਦੇ ਵਿੱਚੋਂ ਇੱਕ ਦਾਣਾ ਉੱਠ ਕੇ ਦੂਜੇ ਖੇਤ ਦੇ ਵਿੱਚ ਪੈ ਜਾਂਦਾ ਨਾ, ਉਹਦਾ ਵੀ ਕਰਮ ਬਣਦਾ। ਸੋ ਇਸ ਕਰਕੇ ਅਸੀਂ ਆਪਣਾ ਜਿਹੜਾ ਕਰਮ ਹੈਗਾ ਉਹਨੂੰ ਹਮੇਸ਼ਾ ਧਿਆਨ ਦੇ ਵਿੱਚ, ਹਾਂ ਅੱਛਾ ਸਮਾਂ ਚੱਲ ਰਿਹਾ, ਪਲੈਨਟ ਸਪੋਰਟਿਵ ਹੈਗੇ ਆ, ਇਹ ਪਲੈਨਟਸ ਦਾ ਕੰਮ ਹੀ ਇਹੀ ਹੁੰਦਾ
ਕਿ ਇੱਕ ਟਾਈਮ ਤੇ ਅਗਰ ਸਪੋਰਟਿਵ ਹੈ ਉਹ ਟਾਈਮ ਚੇਂਜ ਹੁੰਦਾ, ਟਾਈਮ ਦੀ ਅਸੈਂਸ ਹੈਗੀ ਹੈ, ਟਾਈਮ ਚੇਂਜ ਹੁੰਦਾ। ਲੇਕਿਨ ਜਿਹੜੇ ਕਰਮ ਹੈਗੇ ਆ ਤੁਹਾਡੇ, ਜਿਹੜੇ ਕਰਮ ਹੈਗੇ ਆ, ਰੱਬ ਦੇ ਵੱਲ ਧਿਆਨ ਹੈਗਾ, ਮੈਡੀਟੇਸ਼ਨ ਜਿਹੜੀ ਤੁਹਾਡੀ ਸੱਚੀ ਨਿਸ਼ਠਾ ਹੈਗੀ ਆ, ਉਹ ਤੁਹਾਡੇ ਨਾਲ ਹਮੇਸ਼ਾ ਚੱਲਦੀ ਹੈ। ਔਰ ਦੇਖੋ ਸ਼ਨੀ ਦਾ ਤੇ ਕੰਮ ਹੀ ਇਹੀ ਹੈ, ਇਨਸਾਫ ਦਾ ਦੇਵਤਾ ਹੈਗਾ ਸ਼ਨੀ, ਇਨਸਾਫ ਦਾ ਪਲੈਨਟ ਹੈਗਾ, ਨਿਆਇਧੀਸ਼। ਇਹਨੇ ਜੋ ਹੁਕਮ ਕਰਨਾ ਹੈ, ਅੱਗੇ ਪਲੈਨਟਸ ਨੇ ਉਸੇ ਤਰ੍ਹਾਂ ਹੀ ਕੰਮ ਕਰਨਾ। ਇਹ ਇਸੇ ਕਰਕੇ ਕਿਹਾ ਗਿਆ ਜੇ ਸ਼ਨੀ ਮਾਰੇ ਤੇ ਕੋਈ ਬਚਾ ਨਹੀਂ ਸਕਦਾ, ਤੇ ਜੇ ਸ਼ਨੀ ਬਚਾਏ ਤੇ ਕੋਈ ਮਾਰ ਨਹੀਂ ਸਕਦਾ। ਸਭ ਤੋਂ ਵੱਡੀ ਗੱਲ ਹੈ, ਦੇਖੋ ਅਸੀਂ ਕਦੀ ਸੋਚਦੇ ਹਾਂ ਕਿ ਇਹ ਸ਼ਨੀ, ਰਾਹੂ, ਕੇਤੂ, ਇਹ ਸਾਰੇ ਪਲੈਨਟਸ, ਜੁਪੀਟਰ, ਮਾਰਸ, ਵੀਨਸ ਦਾ ਇਹ ਕੀ ਹੈ, ਅਸੀਂ ਲੋਕ ਇੱਥੇ ਧਰਤੀ ਤੇ ਹੈਗੇ ਆ, ਉਹ ਪਲੈਨਟਸ ਨੇ, ਬਟ ਦਿਸ ਇਜ਼ ਆਵਰ ਸੋਲਰ ਸਿਸਟਮ, ਹੈ ਨਾ। ਵਾਟ ਲਾਈਜ਼ ਆਊਟਸਾਈਡ ਲਾਈਜ਼ ਵਿਦਿਨ। ਬਿਲਕੁਲ, ਜਿੰਨਾ ਯੂਨੀਵਰਸ ਬਾਹਰ ਹੈ ਉਹਨਾਂ ਯੂਨੀਵਰਸ ਸਾਡੇ ਅੰਦਰ ਵੀ ਹੈਗਾ। ਤੇ ਜੇ ਟੈਂਪਰੇਚਰ ਦਾ ਥੋੜਾ ਜਿਹਾ ਵੀ ਫਰਕ ਪਵੇ ਤੇ ਸਮੁੰਦਰ ਦੇ ਵਿੱਚ ਮੱਛਲੀਆਂ ਮਰ ਕੇ ਬਾਹਰ ਆ ਜਾਂਦੀਆਂ, ਰਾਈਟ। ਤੇ ਇਸੇ ਤਰੀਕੇ ਨਾਲ ਜਦੋਂ ਸੋਲਰ ਸਿਸਟਮ ਦੇ ਵਿੱਚ ਪਲੈਨਟਸ ਦੀ ਜਿਹੜੀ ਵੀ ਗ੍ਰੈਵਿਟੇਸ਼ਨ ਹੈ ਜਾਂ ਰੋਟੇਸ਼ਨ ਹੈ ਜਾਂ ਜੋ ਵੀ ਕਿੰਨਾ ਕੁਝ ਹੋ ਰਿਹਾ, ਸਾਰਾ ਕੁਝ ਤਾਂ ਸਾਨੂੰ ਸਮਝ ਨਹੀਂ ਹੈ ਇਸ ਵਕਤ, ਪਰ ਜਿੰਨਾ ਸਾਨੂੰ ਸਾਇੰਟੀਫਿਕਲੀ ਵੀ ਸਮਝ ਹੈ ਤੇ ਜਾਂ ਆਪਣੇ ਸਕ੍ਰਿਪਚਰਸ ਦੇ ਥਰੂ ਸਮਝ ਹੈਗੀ ਹੈ, ਉਹਨੂੰ ਅਸੀਂ ਅਗਰ ਐਜ਼ ਅ ਗਾਈਡਿੰਗ ਟੂਲ ਯੂਜ਼ ਕਰੀਏ ਤੇ ਆਈ ਥਿੰਕ ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਦਾ ਫਾਇਦਾ ਚੁੱਕ ਸਕਨੇ ਹਾਂ। ਅੱਛਾ, ਕਿੰਨੇ ਸਾਰੇ ਕੁਐਸਚਨਸ ਇਹਨਾਂ ਚੀਜ਼ਾਂ ਤੋਂ ਉੱਠਦੇ ਨੇ। ਹੁਣ ਜਿਸ ਤਰ੍ਹਾਂ ਸ਼ਨੀ ਦੀ ਆਪਾਂ ਗੱਲ ਕੀਤੀ ਕਿ ਵੀ ਜੇ ਤੁਸੀਂ ਆਪਣੇ ਵਿਚਾਰ ਠੀਕ ਰੱਖੋ, ਇੰਟੈਂਸ਼ਨਸ ਠੀਕ ਰੱਖੋ ਤੇ ਤੁਹਾਨੂੰ ਫਲ, ਲੇਕਿਨ ਜੇ ਪਹਿਲੇ ਦੇ ਕਰਮ ਖਰਾਬ ਕੀਤੇ ਹੋਣ ਜਾਂ ਪਹਿਲੇ ਤਾਂ ਗੜਬੜ ਕੀਤੀ ਹੋਏ, ਫਿਰ ਉਹਦਾ ਸਾਨੂੰ ਕੀ? ਇੱਦਾਂ ਹੁੰਦਾ, ਦੇਖੋ ਕਰਮ ਦੋ ਤਰ੍ਹਾਂ ਦੇ ਹੁੰਦੇ। ਇੱਕ ਤੇ ਹੁੰਦੇ ਸੰਚਿਤ ਕਰਮ, ਜਿਹੜੇ ਕਿ ਤੁਹਾਡੇ ਪਿਛਲੇ ਜਨਮ ਦੇ ਕਰਮ ਹੈਗੇ, ਜਿਹੜੇ ਤੁਹਾਡਾ ਬੱਚਾ ਪੈਦਾ ਹੁੰਦਾ ਜਿਹਦੇ ਸੰਚਿਤ ਮੀਨਸ ਇਕੱਠੇ ਕੀਤੇ ਹੋਏ, ਜਿਹੜੇ ਰੈਜ਼ੀਡੂਅਲ ਕਰਮਾਸ ਹੈਗੇ ਹਨ, ਉਹਦੇ ਬੇਸ ਤੇ ਬੱਚੇ ਨੂੰ ਕਿਸੇ ਸਥਾਨ ਦੇ ਵਿੱਚ, ਕਿਸੇ ਸਮੇਂ ਦੇ ਵਿੱਚ, ਕਿਸੇ ਮਾਪਿਓ ਦੇ ਘਰ, ਕਿਸੇ ਕੰਟਰੀ ਦੇ ਵਿੱਚ ਜਨਮ ਮਿਲਦਾ, ਉਹ ਚੰਗਾ ਮਾੜਾ। ਉਸ ਤੋਂ ਬਾਅਦ ਜਿਹੜੇ ਉਹਦੀ ਜਦੋਂ ਲਾਈਫ ਸ਼ੁਰੂ ਹੁੰਦੀ ਹੈ, ਉਹਦੇ ਜਿਹੜੇ ਕੰਟੀਨਿਊਸ ਕਰਮਾ ਹੈਗੇ ਆ, ਉਹ ਉਹਦੇ ਫਿਊਚਰ ਨੂੰ ਉਹ ਵੀ ਨਾਲ ਸ਼ੇਪ ਅਪ ਕਰਦੇ ਆ। ਤੇ ਜੇ ਸੰਚਿਤ ਕਰਮ ਜ਼ਿਆਦਾ ਮਾੜੇ ਹੋਣਗੇ ਤੇ ਤੁਹਾਨੂੰ ਆਫ ਕੋਰਸ ਕਿ ਲਾਈਫ ਦੇ ਵਿੱਚ ਪ੍ਰੋਬਲਮ। ਅਸੀਂ ਕਹਿੰਦੇ ਆ ਨਾ, ਦੇਖੋ ਜੀ ਇਹ ਬੰਦਾ ਤੇ ਦੁਨੀਆ ਦਾ ਇਹਨੇ ਕੋਈ ਕਰਮ ਛੱਡਿਆ ਨਹੀਂ, ਪਰ ਇਹਦੀ ਲਾਈਫ ਤੇ ਬੜੀ ਸੁਖਾਲੀ ਹੈ, ਉਹਦੇ ਸੰਚਿਤ ਕਰਮ ਤੋਂ ਕੋਈ ਚੰਗਾ ਹੋ ਕੇ ਆ ਰਿਹਾ। ਲੇਕਿਨ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਹੜੇ ਕਰਮ ਉਹ ਹੋਣ ਕਰ ਰਿਹਾ, ਉਹਦਾ ਉਹਨੇ ਜਦੋਂ ਨਿਬੇੜਾ ਦੇਣਾ ਆ, ਉਹ ਫਿਰ ਉਹੀ ਚੀਜ਼ ਹੋ ਜਾਣੀ। ਅਸੀਂ ਦੂਜੇ ਪਾਸੇ ਕਹਿੰਦੇ ਆ ਜੀ ਤੇ ਬਹੁਤ ਚੰਗਾ ਬੰਦਾ ਹੈ, ਧਰਮਾਤਮਾ ਹੈਗਾ, ਇਹਨੇ ਕਦੀ ਕਿਸੇ ਦਾ ਬੁਰਾ, ਹੁੰਦੇ ਵੀ ਬਹੁਤ ਚੰਗੇ ਲੋਕੀ ਹੈ, ਤੇ ਉਹਨੂੰ ਇਹ ਕਿਉਂ ਭੁਗਤਣਾ ਪੈ ਰਿਹਾ? ਇਹ ਸਾਰੇ ਸੰਚਿਤ ਕਰਮਾਂ ਚੋਂ ਹੀ ਆਉਂਦੇ। ਸੋ ਇਸ ਕਰਕੇ ਸੰਚਿਤ ਕਰਮਾਂ ਦੇ ਉੱਤੇ ਸਾਡਾ ਇੰਨਾ ਕੰਟਰੋਲ ਨਹੀਂ ਹੈਗਾ। ਸੰਚਿਤ ਕਰਮਾਂ ਦਾ ਜਿਹੜਾ ਭਾੜਾ ਹੈਗਾ, ਉਹਨੂੰ ਅਸੀਂ ਸਿੱਧਾ ਕਰਨ ਦੇ ਲਈ ਐਸਟ੍ਰੋਲੋਜੀ ਦਾ ਸਹਾਰਾ ਲੈਂਦੇ ਹਾਂ। ਔਰ ਜਿੱਦਾਂ ਥੈਰੇਪੀਜ਼ ਆਪਾਂ ਕਰਦੇ ਹਾਂ, ਜੈਮਸਟੋਨਸ ਦੀ, ਯੰਤਰ ਦੀ, ਮੰਤਰ, ਪੂਜਾ ਪਾਠ, ਇਹ ਸਾਰੇ ਐਸਟ੍ਰੋਲੋਜੀ ਸਾਨੂੰ ਆਫਰ ਕਰਦੀ ਹੈ। ਉਹ ਤੇ ਚਲੋ ਸੰਚਿਤ ਕਰਮਾਂ ਦੇ ਅਸੀਂ ਸਟੇਟਨ ਅਪ ਕਰਨ ਦੀ, ਉਹਦਾ ਮਾੜਾ ਇਫੈਕਟ ਘੱਟ ਕਰਨ ਦੇ ਲਈ। ਲੇਕਿਨ ਜਿਹੜਾ ਤੁਹਾਡੇ ਆਪਣੇ ਕਰਮ ਇਸ ਵੇਲੇ ਚੱਲ ਰਹੇ ਹੈਗੇ, ਉਹ ਬਹੁਤ ਮੈਟਰ ਕਰਦੇ। ਇਸ ਕਰਕੇ ਇਹ ਦੋਨਾਂ ਦਾ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਸਮਝੇ, ਦੇਖੋ ਬੈਂਕ ਦੇ ਵਿੱਚ ਜੇ ਤੁਹਾਡਾ ਡੈਬਿਟ ਸਾਈਡ ਤੇ ਕ੍ਰੈਡਿਟ ਸਾਈਡ ਹੈ, ਠੀਕ ਹੈ ਨਾ, ਬੈਲੈਂਸ ਡੈਬਿਟ ਕ੍ਰੈਡਿਟ ਨੂੰ ਅਗਰ ਤੁਸੀਂ ਬੈਲੈਂਸ ਨਹੀਂ ਕਰੋਗੇ ਤੇ ਤੁਹਾਡਾ ਬੈਂਕ ਦਾ ਕਿੱਦਾਂ ਕਾਊਂਟਿੰਗ ਚੱਲੇ? ਬਿਲਕੁਲ, ਇਹ ਉਹੀ ਹਿਸਾਬ ਹੈ। ਐਂਡ ਇਟਸ ਅ ਲਾਅ ਆਫ ਦ ਯੂਨੀਵਰਸ ਕਿ ਇਹ ਲਾਅ ਜਿਹੜਾ ਹੈਗਾ ਇਨਸਾਨਾਂ ਵਾਸਤੇ ਤਾਂ ਹੈਗਾ ਹੀ ਹੈ, ਜਾਨਵਰਾਂ ਵਾਸਤੇ ਵੀ ਹੈ, ਹਰ ਇੱਕ ਚੀਜ਼ ਵਾਸਤੇ ਹੈ। ਮਤਲਬ ਕਿ ਦਿਸ ਇਜ਼ ਅ ਲਾਅ ਆਫ ਦ ਯੂਨੀਵਰਸ। ਇਹ ਯੂਨੀਵਰਸ ਦੇ ਲਾਜ਼ ਨਾ ਹੋਣ ਤੇ ਫਿਰ ਕਿੱਥੇ ਦੇ ਕਿੱਥੇ ਹੀ ਹੋ ਗਿਆ। ਅਮੀਰਾਂ ਵਾਸਤੇ ਵੀ ਉਹੀ ਲਾਅ ਹੈ, ਗਰੀਬਾਂ ਵਾਸਤੇ ਵੀ ਉਹੀ ਲਾਅ ਹੈ। ਬਿਲਕੁਲ ਜੀ। ਜਿਹੜੀ ਸ੍ਰਿਸ਼ਟੀ ਦੀ ਪੌੜੀ ਹੈਗੀ ਹੈ ਨਾ, ਉਹਦੇ ਵਿੱਚ ਇਨਸਾਨ ਸਭ ਤੋਂ ਉੱਤੇ ਬੈਠਦਾ, ਸਭ ਤੋਂ ਉੱਤੇ, ਠੀਕ ਹੈ ਨਾ। ਇਨਸਾਨ ਨੂੰ ਇੰਨੀ ਰੈਸ਼ਨੈਲਿਟੀ ਦਿੱਤੀ ਹੋਈ ਹੈ ਰੱਬ ਨੇ, ਉਹ ਕਰਮ ਕਰ ਸਕਦਾ, ਕਮਾਈ ਕਰ ਸਕਦਾ, ਦੂਜਿਆਂ ਦੇ ਬਾਰੇ ਸੋਚ ਸਕਦਾ, ਇਹ ਆਪਣਾ ਹਿੱਤ ਅਨਹਿੱਤ ਪਹਿਚਾਨ ਸਕਦਾ, ਤੇ ਸਭ ਤੋਂ ਵੱਡੀ ਗੱਲ ਉਹ ਰੱਬ ਦੀ ਭਗਤੀ ਕਰ ਸਕਦਾ। ਉਹਨੂੰ ਇਹ ਸ਼ਮਤਾ ਦਿੱਤੀ ਹੋਈ ਹੈ। ਇਹ ਸ਼ਮਤਾ ਜਾਨਵਰਾਂ ਕੋਲ ਨਹੀਂ ਹੈਗੀ। ਜਾਨਵਰਾਂ ਕੋਲ ਸਿਰਫ ਤੇ ਸਿਰਫ ਖਾਣਾ ਪੀਣਾ ਤੇ ਆਪਣੇ ਸਰਵਾਈਵਲ, ਉਸੇ ਪਾਸੇ। ਸੋ ਅਸੀਂ ਇਨਸਾਨ ਹੈਗੇ, ਸਾਡੀ ਜਿਹੜੀ ਕੋਟੀ ਹੈਗੀ, ਜਿਹੜੀ ਸਾਡੀ ਸ਼੍ਰੇਣੀ ਹੈਗੀ, ਉਹ ਸਭ ਤੋਂ ਉੱਤੇ ਹੈਗੀ ਹੈ। ਸਾਨੂੰ ਉਸ ਦਾ ਫਾਇਦਾ ਉਠਾਉਣਾ ਚਾਹੀਦਾ। ਜਿਹੜੀ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੈਗੀਆਂ, ਐਸਟ੍ਰੋਲੋਜੀ ਹੈਗੀ ਹੈ, ਭਗਤੀ ਭਾਵ ਹੈਗਾ, ਚੰਗਾ ਸ਼ਿਸ਼ਟਾਚਾਰ ਹੈਗਾ, ਸਾਨੂੰ ਰੱਬ ਨੇ ਉਹ ਇਨਵਾਇਰਮੈਂਟ ਬਖਸ਼ਿਆ ਆ ਕਿ ਜਿੱਥੇ ਅਸੀਂ ਬੈਠ ਕੇ ਧਰਮ ਕਰਮ, ਪੂਜਾ ਪਾਠ ਇਹ ਕਰ ਸਕਨੇ, ਸਾਨੂੰ ਉਸ ਦਾ ਫਾਇਦਾ ਉਠਾਉਣਾ ਚਾਹੀਦਾ। ਵੈਰੀ ਵੈਲ ਐਕਸਪਲੇਨਡ। ਆਈ ਮੀਨ ਤੁਸੀਂ ਕਿੰਨਾ ਹੀ ਕੁਝ ਐਕਸਪਲੇਨ ਕਰ ਰਹੇ ਹੋ ਔਰ ਕਿੰਨੇ ਸਿੰਪਲ ਵਰਡਸ ਦੇ ਵਿੱਚ। ਇੱਕ ਗੱਲ ਦੱਸੋ, ਹੁਣ ਸ਼ਨੀ ਦਾ ਇਫੈਕਟ ਰਿਲੇਸ਼ਨਸ਼ਿਪਸ, ਮੈਰਿਜਸ, ਰਿਲੇਸ਼ਨਸ਼ਿਪਸ ਐਟ ਹੋਮ। ਹੁਣ ਰਿਲੇਸ਼ਨਸ਼ਿਪਸ ਜਿਹੜੀਆਂ ਪਿਆਰ ਵਾਲੀਆਂ ਹੁੰਦੀਆਂ, ਇੱਕ ਤੇ ਪਾਰਟਨਰਸ ਲਵ ਬੇਸਡ ਹੋ ਗਈਆਂ, ਰਿਲੇਸ਼ਨਸ਼ਿਪ ਸਾਰੀਆਂ ਲਵ ਬੇਸਡ ਹੁੰਦੀਆਂ,
ਠੀਕ ਹੈ, ਇੱਕ ਹੋ ਗਿਆ ਜਿਹੜੇ ਮੈਰਿਟਲ ਪਾਰਟਨਰਸ ਦੇ ਹੋ ਗਿਆ, ਤੇ ਇੱਕ ਹੁੰਦੀ ਜਿਹੜੇ ਘਰ ਦੇ ਵਿੱਚ ਮਾਂ ਪਿਓ ਤੇ ਬੱਚਿਆਂ ਦਾ, ਉਹਦੇ ਉੱਪਰ ਵੀ ਇਫੈਕਟ ਪਵੇਗਾ? ਹਾਂਜੀ, ਦੇਖੋ ਸ਼ਨੀ ਦਾ ਜਿੱਦਾਂ ਮੈਂ ਦੱਸਿਆ ਹੈ ਕਿ ਸ਼ਨੀ ਨੇ ਸਿਰਫ ਤੁਹਾਡੇ ਕਰਮਾਂ ਦੇ ਹਿਸਾਬ ਨਾਲ ਦੇਣਾ। ਹੁਣ ਮਾਪਿਓ ਦੀ ਤੁਸੀਂ ਗੱਲ ਕੀਤੀ ਹੈ, ਅਗਰ ਮਾਂ ਦਾ ਜਿਹੜਾ ਜ਼ੋਡੀਅਕ ਜਿਹੜਾ ਸਾਈਨ ਦੇਖਿਆ ਜਾਏ ਤੇ ਹੋਰੋਸਕੋਪ ਦੇ ਵਿੱਚ ਬੰਦੇ ਦਾ ਚੌਥਾ ਭਾਵ ਹੁੰਦਾ, ਪੇ ਦੇ ਲਈ ਜਿਹੜਾ 9ਵਾਂ ਭਾਵ ਹੁੰਦਾ ਰਾਈਟ। ਓਕੇ। ਤੇ ਇਸ ਕਰਕੇ ਇਹਦੇ ਵਿੱਚ ਸਿਰਫ ਸ਼ਨੀ ਹੀ ਨਹੀਂ, ਹੋਰ ਪਲੈਨਟਸ ਦਾ ਵੀ ਬਹੁਤ ਯੋਗਦਾਨ ਹੁੰਦਾ। ਮੈਰਿਜ ਦੀ ਗੱਲ ਕਰੀਏ, ਮੈਰਿਜ ਰਿਲੇਸ਼ਨਸ਼ਿਪ ਦੀ, ਜਾਂ ਆਪਾਂ ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ, ਤੇ ਜਿੱਦਾਂ ਜਨਾਨੀ ਦੀ ਹੋਰੋਸਕੋਪ ਦੇ ਵਿੱਚ ਗੁਰੂ ਦਾ ਬੜਾ ਵੱਡਾ ਯੋਗਦਾਨ ਹੁੰਦਾ। ਗੁਰੂ, ਉਹਦਾ ਬੰਦਾ, ਉਹਦਾ ਲਵਰ, ਉਹਦਾ ਡੈਡੀ, ਠੀਕ ਹੈ, ਉਹਦਾ ਭਰਾ, ਇਹ ਜਿਹੜੇ ਮੇਲ ਫਿਗਰ ਹੈ। ਇਸੇ ਤਰ੍ਹਾਂ ਬੰਦੇ ਦੀ ਹੋਰੋਸਕੋਪ ਦੇ ਵਿੱਚ ਵੀਨਸ ਦਾ ਬੜਾ ਵੱਡਾ ਰੋਲ ਹੁੰਦਾ। ਵੀਨਸ ਉਹਦੀ ਔਰਤ ਹੁੰਦੀ, ਉਹਦੀ ਮਾਂ। ਸਾਰਾ ਕੁਝ ਦੇਖਦੇ ਹੋ ਤੁਸੀਂ? ਇਹ ਸਾਰਾ ਇੱਕ ਹੋਲਿਸਟਿਕ ਚੀਜ਼ ਹੁੰਦੀ ਹੈ, ਜਿਹੜਾ ਕਿ ਇੱਕ ਐਸਟ੍ਰੋਲੋਜਰ ਜਦੋਂ ਹੋਰੋਸਕੋਪ ਦੇਖਦਾ ਹੈ। ਔਰ ਹੋਰੋਸਕੋਪ ਦੇਖਣ ਦੇ ਵਿੱਚ ਵੀ ਕਈ ਤਰ੍ਹਾਂ ਦੀ ਚੀਜ਼ਾਂ ਹੈਗੀਆਂ, ਜਿੱਦਾਂ ਇਹ ਸਿਰਫ ਤੇ ਸਿਰਫ ਇਹ ਨਹੀਂ ਹੈ ਕਿ ਜਿੱਦਾਂ ਕਰੰਟ ਟ੍ਰਾਂਜ਼ਿਟ ਆ ਉਹਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ। ਜਦੋਂ ਬੰਦਾ ਬੌਰਨ ਹੁੰਦਾ, ਉਹਦਾ ਹੋਰੋਸਕੋਪ ਇੱਕ ਟੇਵਾ ਹੁੰਦਾ, ਇੱਕ ਟ੍ਰਾਂਜ਼ਿਟਰੀ ਹੋਣ ਹੁੰਦਾ। ਹੁਣ ਫਿਰ ਉਸ ਤੋਂ ਬਾਅਦ ਪ੍ਰਸ਼ਨ ਦੇ ਬੇਸ ਤੇ ਇੱਕ ਹੋਰੋਸਕੋਪ ਹੋਰ ਬਣਦੇ। ਇੱਕ ਹੋਰੋਸਕੋਪ ਨੂੰ ਅਸੀਂ ਅਗਰ ਉਹਦੇ ਸੈਗਮੈਂਟ ਕਰੀਏ, 26 ਹੋਰੋਸਕੋਪ ਹੋਰ ਬਣਦੇ। ਸੋ ਇਹ ਸਾਰਾ ਕੰਮ ਐਸਟ੍ਰੋਲੋਜਰ ਦਾ ਹੈ। ਦੇਖੋ, ਵਾਹ, ਅੱਛਾ, ਜਲਦੀ ਸਾਨੂੰ ਰੈਮਡੀਜ਼ ਵੀ ਦੱਸੋ। ਜੇ ਕੁਝ ਲੋਕ ਇਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਨੂੰ, ਕਿਉਂਕਿ ਉਹਨਾਂ ਨੂੰ ਹੁਣ ਇਸ ਚੀਜ਼ ਦੀ ਸਮਝ ਆ ਗਈ ਕਿ ਗੁੱਡ ਟਾਈਮ ਚੱਲ ਰਿਹਾ ਹੈ, ਤੇ ਇਸ ਗੁੱਡ ਟਾਈਮ ਨੂੰ ਹੋਰ ਬੈਟਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਤੇ ਜੇ ਗੁੱਡ ਟਾਈਮ ਨਹੀਂ ਹੈ ਤੇ ਉਹਨੂੰ ਕਿਸ ਤਰ੍ਹਾਂ ਬੈਟਰ ਕੀਤਾ ਜਾ ਸਕਦਾ ਹੈ? ਵਾਟ ਸ਼ੁੱਡ ਵੀ ਡੂ? ਰੈਮਡੀਜ਼ ਦਾ ਜਿਹੜਾ ਬੇਸਿਕ ਪ੍ਰਿੰਸੀਪਲ ਹੈਗਾ ਨਾ ਜੀ, ਉਹ ਤੇ ਜਿਹੜਾ ਸਟਰੋਂਗ ਪਲੈਨਟ ਹੈ ਉਹਨੂੰ ਹੋਰ ਸਟਰੋਂਗ ਕਰਨ ਦੀ ਜ਼ਰੂਰਤ ਹੈਗੀ ਹੈ। ਉਹ ਜੈਮ ਥੈਰੇਪੀ ਦੇ ਬੇਸ ਤੇ ਹੁੰਦਾ, ਮੰਤਰ ਦੇ ਬੇਸ ਤੇ ਹੁੰਦਾ, ਉਚਾਰਨ ਦੇ ਬੇਸ ਤੇ ਹੁੰਦਾ, ਡੋਨੇਸ਼ਨ ਦੇ ਬੇਸ ਤੇ ਹੁੰਦਾ। ਇਸ ਲਈ ਤੁਹਾਨੂੰ ਕਿਹੜੀ ਰੈਮਡੀ ਕਿਹੜੀ ਫਿੱਟ ਹੋਣੀ ਹੈ ਕਿਸ ਬੰਦੇ ਲਈ, ਉਹਦੇ ਹੋਰੋਸਕੋਪ ਦੇ ਹਿਸਾਬ ਨਾਲ। ਇਹਦੇ ਲਈ ਐਸਟ੍ਰੋਲੋਜਰ ਤੁਹਾਡਾ ਹੋਰੋਸਕੋਪ ਦੇਖੇਗਾ, ਕਿਹੜੇ ਪਲੈਨਟ ਨੂੰ, ਜਿਹੜਾ ਤੁਹਾਡਾ ਸਟਰੋਂਗ ਪਲੈਨਟ ਹੈ ਉਹਨੂੰ ਸਟਰੋਂਗਰ ਕਰਨਾ ਹੈ। ਉਸ ਤੋਂ ਬਾਅਦ ਉਹ ਦੇਖੇਗਾ ਕਿ ਤੁਹਾਨੂੰ ਕਿਹੜੀ ਫੀਲਡ ਦੇ ਵਿੱਚ ਅੱਗੇ ਲੈ ਕੇ ਜਾਣਾ, ਉਸ ਦੇ ਨਾਲ ਰਿਲੇਟਡ ਰੈਮਡੀਜ਼ ਤੇ ਹਜ਼ਾਰਾਂ ਤਰ੍ਹਾਂ ਦੀਆਂ ਹੈਗੀਆਂ। ਸੋ ਕਿਹੜੀ ਰੈਮਡੀ ਸੂਟ ਕਰਦੀ ਹੈ ਉਹ ਡਿਸਾਈਡ ਐਸਟ੍ਰੋਲੋਜਰ ਕਰਦਾ। ਆਈ ਥਿੰਕ ਦੈਨ ਦੇ ਸ਼ੁਡ ਐਕਚੁਅਲੀ ਕਾਲ ਯੂ। ਹਾਂਜੀ, ਤੁਸੀਂ ਮੈਨੂੰ ਆਪਣਾ ਡਿਟੇਲਸ, ਬਰਥ ਡਿਟੇਲ ਨਾਲ ਕਾਲ ਕਰ ਸਕਦੇ ਹੋ ਮੇਰੇ ਨੰਬਰ ਦੇ ਉੱਤੇ, ਤੇ ਉਸ ਤੋਂ ਬਾਅਦ ਹੋਰੋਸਕੋਪ ਬਣਾ ਕੇ ਮੈਂ ਤੁਹਾਨੂੰ ਜਿਹੜੀ ਰੈਮਡੀਜ਼ ਹੈ ਉਹ ਰეკਮੈਂਡ ਕਰ ਸਕਦਾ। ਇੱਕ ਵਾਰੀ ਫਿਰ ਤੋਂ ਦੁਬਾਰਾ ਅਸੀਂ ਆਵਾਂਗੇ, ਹੋਰ ਗੱਲਬਾਤ ਕਰਾਂਗੇ। ਜੇ ਤੁਹਾਡੇ ਵੀ ਕੋਈ ਕੁਐਸਚਨਸ ਹੋਣ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ shelly.sandhu40@gmail.com, ਜਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 6047209536, and we'll be happy to answer all your questions. Thank you, Sanjeev. Thank you so much. Thank you so much. खुश रहो, अपना ख्याल रखो।